दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। श्री गुरु ग्रंथ साहिब उदद बंदों कर अनुराग। एकंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा गमन करन को सुदासर। सिमरत और महनीत चहत देखबे हम हैं को। सब सिखण को प्रीत गमन करन को सुदासर। वाहिगुरु जी का खालसा वाहिगुरु जी की फतेह। जुगो जुग अटल दसां पातशाहियां दे आत्म स्वरूप शब्द गुरु तखत चवर छतर दे मालक धन धन श्री गुरु ग्रंथ साहिब महाराज सच्चे पातशाह जी दे पवित्र चरना कमलों विखे सोभनीक परम सन्मानयोग गुरु सवारे खालसा साध संगत जीओ। वडभागे गुरमुख निता प्रति नेमी प्रेमी सत्संगी हो के सतगुरां दे पावन दरबार अंदर अमर शहीद धन धन बाबा दीप सिंह साहब जी दे पवित्र शहीदी अस्थाना विखे आप निता प्रति बाबाणियां कहानियां दे द्वारा सतगुरु जी दियां वडियाइयां श्रवण करते हो। श्री गुरप्रताप सूरज ग्रंथ जी की चलती लड़ीवार कथा अंदर श्री गुरु हरगोबिंद साहब छेवें पातशाह जी का इतिहास इस वेले जारी है। प्रसंग आपां ये सुन रहे सां कि डरोली नगर दे विच महाराज जी ने निवास किया है। बाबा गुरदित्ता जी जिन्हां दा आगमन साध संगत जी कत्तक दी पूर्णमासी वाले दिन डरोली दे विच बाबा साईं दास जी बीबी रामो जी दे घर दे विच माता दमोदरी जी की कुखों होया। सतगुरु छेवें पातशाह जी ने इत्ते लगभग 5 महीने बतीत कर लए ने। बाबा गुरदित्ता जी की आर बला हुण 5 महीने हो गई है। ते इसे समय दौरान बाबा बुढ़ा जी वल्लों बेनती पत्र आया। सतगुरा ने कृपा करके ये बख्शिश की कि आप जी शब्द चौंकी कड्डो ते साडे दर्शन होणगे। सतगुरु जी की आग्या पा के बाबा जी सचखंड श्री हरमंदर साहब शब्द चौंकियां आरंभ कीतियां। जिस दौरान सिखां नूं संगतां नूं छेवें पातशाह दे दर्शन भी हुंदे। इसे तरह साध संगत जी फिर भाई साईं दास जी दे प्रेम का भी वर्णन आ गया है। अगली विचार जो 5वीं रास दे 39 नंबर अंशू दे विचों भाई संतोख सिंह जी बड़े प्रेम दे नाल साडे सामने पेश कर रहे ने। आओ बड़ी शरधा बड़े प्रेम दे नाल अगली कथा सुनिए। लवाओ हाजरियां। आखो जी सतनाम श्री वाहिगुरु जी। दोहरा गमन करन को सुदासर। सिमरत और महनीत नीत निता प्रति श्री अमृतसर साहब जी नूं चाले पाउण दा विचार
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਲਗਾਤਾਰ ਟਿਕਿਆ ਰਹਿੰਦਾ ਹੈ। ਚਹਤ ਦੇਖਵੇ ਹਮਹਿ ਕੋ ਸਭ ਸਿੱਖਣ ਕੋ ਪ੍ਰੀਤ। ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਸ਼ਰਧਾ ਪ੍ਰੇਮਾ ਭਾਵਨੀ ਦਾ ਧਿਆਨ ਧਰਦੇ ਨੇ ਤੇ ਮਨ ਅੰਦਰ ਇਹ ਵਿਚਾਰ ਬਾਰੰਬਾਰ ਆਉਂਦੀ ਹੈ ਕਿ ਸਾਡੇ ਪਿਆਰੇ ਸਾਡੇ ਦਰਸ਼ਨ ਕਰਨਾ ਚਾਹੁੰਦੇ ਹਨ। ਚੌਪਈ ਇੱਕ ਦਿਨ ਮਾਤ ਗੰਗ ਕੇ ਪਾਸ। ਇੱਕ ਦਿਨ ਮਾਤਾ ਗੰਗਾ ਜੀ ਦੇ ਕੋਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਚੱਲਵੇ ਨਗਰ ਪ੍ਰਸੰਗ ਪ੍ਰਕਾਸ਼। ਨਗਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਾਬਤ ਪ੍ਰਸੰਗ ਚੱਲ ਪਿਆ। ਬਹੁ ਦਿਨ ਬੀਤੇ ਤਜਿਓ ਸਥਾਨਾ। ਵਿਚਾਰ ਹੋਈ ਕਿ ਆਪਾਂ ਨੂੰ ਵਾਹਵਾ ਹੀ ਸਮਾਂ ਹੋ ਗਿਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਇਆ ਹੋਇਆਂ। ਕਰਹਿ ਪ੍ਰਤੀਖਣ ਸਿੱਖ ਮਹਾਨਾ। ਗੁਰੂ ਕੇ ਜੋ ਗੁਰਸਿੱਖ ਨੇ ਬਾਬਾ ਬੁੱਢਾ ਜੀ ਦੇ ਸਮੇਤ ਉਹ ਉਡੀਕਦੇ ਪਏ ਹਨ। ਸੁਣ ਜਨਨੀ ਆਨੰਦ ਕਰ ਕਹਿਓ। ਮਾਤਾ ਗੰਗਾ ਜੀ ਇਹ ਗੱਲ ਸੁਣ ਕੇ ਪ੍ਰਸੰਨ ਹੋ ਕੇ ਕਹਿਣ ਲੱਗੇ, ਸੁਨਹੁ ਪੁੱਤਰ ਮਮ ਚਿਤ ਅਤ ਚਹਿਓ। ਇਹ ਪੁੱਤਰ ਜੀ ਸਾਡਾ ਚਿੱਤ ਵੀ ਇਹੋ ਹੀ ਚਾਹੁੰਦਾ ਹੈ, ਸਾਡੇ ਮਨ ਵਿੱਚ ਵੀ ਇਹੀ ਕਾਮਨਾ ਹੈ। ਅਧਿਕ ਬਾਸ ਨਿਜ ਪੁਰ ਬਨ ਆਵੈ। ਇਹ ਬਾਹਰ ਅੰਦਰ ਥੋੜਾ ਸਮਾਂ ਰਹਿਣਾ ਚਾਹੀਦਾ, ਜ਼ਿਆਦਾ ਸਮਾਂ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਰਹਿਣਾ ਚਾਹੀਦਾ। ਅਬ ਚਲਬੋ ਸਭ ਕੇ ਮਨ ਭਾਵੈ। ਹੁਣ ਵਾਪਸ ਚੱਲਣਾ ਸਾਰਿਆਂ ਦੇ ਮਨ ਨੂੰ ਭਾਉਂਦਾ ਹੈ, ਭਾਵ ਤੁਸੀਂ ਵੀ ਚਾਹੁੰਦੇ ਹੋ, ਸਾਡੇ ਮਨ ਵਿੱਚ ਵੀ ਹੈ ਤੇ ਇਸੇ ਤਰ੍ਹਾਂ ਬਾਕੀ ਸਿੱਖਾਂ ਦੇ ਮਨ ਵਿੱਚ ਵੀ ਹੈ। ਕਰ ਮਸਲਤ ਮਾਤਾ ਕੇ ਸਾਥ। ਇਸ ਤਰ੍ਹਾਂ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਸਲਾਹ ਕਰਕੇ ਨਿਕਸੇ ਵਹਿਰ ਬੈਠ ਕਰ ਨਾਥ। ਆਪ ਜੀ ਬਾਹਰ ਆਏ ਨੇ ਤੇ ਕੁਝ ਸਮਾਂ ਮੇਰੇ ਮਾਲਕ ਹਜੂਰ ਇਸ ਤਰ੍ਹਾਂ ਬਤੀਤ ਕੀਤਾ। ਵਿਦਿਏ ਆਰ ਜੇਠੇ ਸੰਗ ਭਾਖਾ। ਫਿਰ ਬਾਬਾ ਬਿਧੀ ਚੰਦ ਜੀ ਤੇ ਭਾਈ ਜੇਠਾ ਜੀ ਦੇ ਨਾਲ ਗੱਲਬਾਤ ਕੀਤੀ। ਦੇਖਣ ਸੁਦਾਸਰ ਕੀ ਅਬਿਲਾਖਾ। ਕਿ ਭਾਈ ਜੇਠਾ ਜੀ ਬਾਬਾ ਬਿਧੀ ਚੰਦ ਜੀ ਸਾਡੇ ਮਨ ਵਿੱਚ ਅਬਲਾਖਾ ਹੈ ਅੰਮ੍ਰਿਤਸਰ ਸਾਹਿਬ ਜਾਣ ਦੀ। ਸੁਣ ਦੋਨੋਂ ਹਰਖੇ ਕਹਿ ਬਾਣੀ। ਉਹਨਾਂ ਦੇ ਮਨ ਵਿੱਚ ਵੀ ਬੜੀ ਪ੍ਰਸੰਨਤਾ ਆਈ, ਬੜੇ ਖੁਸ਼ ਹੋ ਕੇ ਕਹਿਣ ਲੱਗੇ, ਹਮਰੇ ਮਨ ਕੀ ਹੀ ਤੁਮ ਜਾਨੀ। ਇਹ ਸੱਚੇ ਪਾਤਸ਼ਾਹ ਤੁਸੀਂ ਤਾਂ ਸਾਡੇ ਮਨ ਦੀ ਬੁੱਝ ਲਈ ਹੈ। ਪਠਹਿ ਤਹਾਂ ਤੇ ਸਿੱਖ ਸੰਦੇਸਾ। ਉਹ ਤੋਂ ਬਾਰ-ਬਾਰ ਗੁਰੂ ਕੇ ਸਿੱਖ ਸੰਦੇਸੇ ਭੇਜ ਰਹੇ ਹਨ। ਸਤਿਗੁਰ ਬਿਰਮ ਰਹੇ ਪਰਦੇਸ਼ਾ। ਸਤਿਗੁਰੂ ਜੀ ਬੜਾ ਚਿਰ ਹੋ ਗਿਆ ਤੁਹਾਨੂੰ ਪ੍ਰਦੇਸ਼ ਵਿੱਚ ਗਿਆ ਨੂੰ। ਕਰ ਕਰ ਬਿਨਤੀ ਜਿਉ ਕਿਉ ਆਨੋ। ਬੇਨਤੀ ਕਰ ਕਰਕੇ ਜਿਵੇਂ ਕਿਵੇਂ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਵਾਪਸ ਲੈ ਆਓ। ਇਹ ਗੁਰੂ ਕੇ ਸਿੱਖ ਸਾਨੂੰ ਵੀ ਕਹਿੰਦੇ ਨੇ। ਇਹ ਉਪਕਾਰ ਸੁਹਮ ਪਰ ਠਾਨੋ। ਇਹ ਉਪਕਾਰ ਕਿਰਪਾ ਕਰਕੇ ਸਾਡੇ ਤੇ ਕਰੋ ਜੀ। ਕਰੀ ਹੈ ਤਿਆਰੀ ਬਿਲਮ ਵਿਸਾਰੇ। ਇਹ ਤਿਆਰੀ ਕਰੋ ਸਾਰੇ ਬਿਲਮ ਵਿਸਾਰ ਕੇ, ਸਾਰੀਆਂ ਬਾਕੀ ਗੱਲਾਂ ਨੂੰ ਭੁਲਾ ਕੇ। ਨਿਜ ਸਿੱਖਣ ਕੀ ਕਰਹੁ ਸੰਭਾਰੇ। ਇਹ ਆਪਣਿਆਂ ਸਿੱਖਾਂ ਦੀ ਸਾਰ ਸੰਭਾਲ ਕਰੋ, ਆਪਣੇ ਸਿੱਖਾਂ ਦਾ ਧਿਆਨ ਕਰੋ। ਗੁਰ ਉਚਰਿਓ ਸਭ ਕੋ ਕਹਿ ਦੀਜੈ। ਸਤਿਗੁਰਾਂ ਨੇ ਆਖਿਆ ਇਹਨਾਂ ਦੋਵਾਂ ਗੁਰਮੁਖਾਂ ਨੂੰ, ਬਾਬਾ ਬਿਧੀ ਚੰਦ ਜੀ ਤੇ ਭਾਈ ਜੇਠਾ ਜੀ ਨੂੰ, ਕਿ ਸਾਰਿਆਂ ਨੂੰ ਇਹ ਗੱਲ ਕਹਿ ਦਿਓ। ਪ੍ਰਾਤ ਕੂਚ ਹਵੈ ਤਿਆਰੀ ਕੀਜੈ। ਸਵੇਰੇ ਕੂਚ ਕਰ ਦੇਣਾ ਹੈ ਤੇ ਤਿਆਰੀ ਕਰ ਲਵੋ ਸਾਰੇ ਜਾਣੇ। ਸੁਣ ਜੇਠੇ ਨੇ ਸਭ ਸੋ ਕਹਿਓ। ਭਾਈ ਜੇਠਾ ਜੀ ਨੇ ਕੱਲੇ ਕੱਲੇ ਨੂੰ ਦੱਸ ਦਿੱਤਾ ਵੀ ਸਵੇਰੇ ਕੂਚ ਕਰ ਦੇਣਾ ਹੈ ਤੇ ਅੱਜ ਦੀ ਦਿਹਾੜੀ, ਅੱਜ ਦੀ ਰਾਤ ਸਾਰੀ ਤਿਆਰੀ ਕਰ ਲਵੋ। ਚੱਲਣ ਪਰਾਤ ਸੋ ਸਤਿਗੁਰ ਚਹਿਓ। ਸਤਿਗੁਰੂ ਜੀ ਚਾਹੁੰਦੇ ਨੇ ਕੱਲ ਸਵੇਰੇ ਚਾਲੇ ਪਾ ਦਈਏ। ਸੁਣ ਪ੍ਰਸਥਾਨ ਸਕਲ ਹਰ ਖਾਏ। ਇਹ ਸੁਣ ਕੇ ਸਾਰੇ ਪ੍ਰਸੰਨ ਹੋ ਗਏ ਵੀ ਸਵੇਰੇ ਚਲੇ ਜਾਣਾ। ਸਭ ਵਾਹਨ ਕੋ ਤਿਆਰ ਕਰਾਏ। ਆਪਣੇ ਆਪਣੇ ਵਾਹਨ, ਗੱਡੇ, ਪਾਲਕੀਆਂ, ਰਥ, ਘੋੜੇ, ਊਠ ਇਤਿਆਦਿਕ ਤਿਆਰ ਕਰ ਲਏ।
ਚਲਹੁ ਸੁਦਾ ਸਰ ਹਮ ਹੈ ਨਿਹਾਰੈ। ਚਲੋ ਭਾਈ ਹੁਣ ਛੇਤੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾਂਗੇ। ਮੇਲ ਆਪਸ ਮਹਿ ਹਰਖ ਉਚਾਰੈ। ਇਸ ਤਰ੍ਹਾਂ ਆਪੋ ਵਿੱਚ ਬਹੁਤ ਖੁਸ਼ ਹੋ ਕੇ ਗੱਲਾਂ ਕਰਦੇ ਹਨ। ਪਰੀ ਨਿਸਾ ਗੁਰ ਪਲੰਗ ਸੁਹਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਪੈਣ ਤੇ ਵਿਸਰਾਮ ਕੀਤਾ ਹੈ। ਤਬ ਦੰਪਤ ਚਲ ਕਰ ਨਿਰਾਏ। ਤਾਂ ਪਤੀ ਪਤਨੀ ਬੀਬੀ ਰਾਮੋ ਜੀ ਤੇ ਭਾਈ ਸਾਈਂ ਦਾਸ ਜੀ ਦੋਵੇਂ ਚੱਲ ਕੇ ਸਤਿਗੁਰਾਂ ਦੇ ਕੋਲ ਆਏ। ਕਰਹੁ ਪ੍ਰਭੂ ਕੈਸੇ ਆਬ ਤਿਆਰੀ। ਇਹ ਸੱਚੇ ਪਾਤਸ਼ਾਹ ਜੀ ਆਪ ਨੇ ਤਿਆਰੀ ਦਾ ਹੁਕਮ ਦੇ ਦਿੱਤਾ ਹੈ। ਕੌਣ ਖੁਨਾਮੀ ਪਿਖੀ ਹਮਾਰੀ। ਸਾਡੇ ਕੋਲੋਂ ਕੀ ਭੁੱਲ ਹੋ ਗਈ ਹੈ, ਕੀ ਗਲਤੀ ਹੋ ਗਈ ਹੈ, ਕਿਹੜੀ ਕਮੀ ਰਹਿ ਗਈ ਹੈ। ਆਪਣੇ ਜਾਨੋ ਦੇਹੋ ਬਤਾਏ। ਸਾਨੂੰ ਗਰੀਬਾਂ ਨੂੰ ਆਪਣੇ ਜਾਣ ਕੇ ਇਹ ਦੱਸ ਦਿਓ ਵੀ ਗਲਤੀ ਕੀ ਹੋਈ ਹੈ ਸਾਡੇ ਕੋਲੋਂ। ਭਈ ਭੂਲ ਸੋ ਲੈ ਬਖਸ਼ਾਏ। ਅਸੀਂ ਉਸ ਭੁੱਲ ਚੁੱਕ ਨੂੰ ਬਖਸ਼ਵਾ ਲਈਏ ਤੁਹਾਡੇ ਚਰਨਾਂ ਵਿੱਚੋਂ। ਕਹਿ ਹਮਰੇ ਪਰਿਵਾਰ ਮਝਾਰਾ। ਜਾਂ ਫਿਰ ਮਹਾਰਾਜ ਸਾਡੇ ਪਰਿਵਾਰ ਸਾਡੇ ਕੁਟੰਬ ਦੇ ਵਿੱਚੋਂ ਤੁਮ ਨਰਸੋਂ ਕਟ ਬਾਕੂ ਚਾਰਾ। ਤੁਹਾਡੇ ਗੁਰਮੁਖਾਂ ਗੁਰਸਿੱਖਾਂ ਦੇ ਪ੍ਰਤੀ ਕਿਸੇ ਨੇ ਕੋਈ ਮਾੜਾ ਬਚਨ ਤੇ ਨਹੀਂ ਕਹਿ ਦਿੱਤਾ। ਭਈ ਨਾ ਕੋ ਤੁਮਰੀ ਮਨ ਭਾਈ। ਸੱਚੇ ਪਾਤਸ਼ਾਹ ਭਈ ਨਾ ਕੋ ਤੁਮਰੇ ਮਨ ਭਾਈ। ਕੁਝ ਐਸਾ ਤੇ ਨਹੀਂ ਹੋ ਗਿਆ ਜੋ ਤੁਹਾਡੇ ਮਨ ਨੂੰ ਭਾਇਆ ਨਾ ਹੋਵੇ। ਤੁਹਾਡੀ ਆਗਿਆ ਤੋਂ ਤੁਹਾਡੇ ਹੁਕਮ ਤੋਂ ਉਲਟ ਕੁਝ ਹੋ ਗਿਆ ਹੋਵੇ। ਜਿਸ ਤੇ ਔਚਕ ਕੀਨ ਚੜਾਈ। ਜਿਸ ਕਰਕੇ ਅਚਾਨਕ ਹੀ ਆਪ ਜੀ ਨੇ ਚੜਾਈ ਕਰ ਦਿੱਤੀ ਹੈ। ਸੁਣ ਸਤਿਗੁਰ ਬੋਲਤ ਮੁਸਕਾਏ। ਇਹ ਸੁਣ ਕੇ ਸੱਚੇ ਪਾਤਸ਼ਾਹ ਜੀ ਬੋਲੇ ਤੇ ਮੁਸਕਰਾਏ। ਪ੍ਰੇਮ ਤੁਮਾਰੋ ਪੇਖ ਚੱਲ ਆਏ। ਭਾਈ ਤੁਹਾਡਾ ਪ੍ਰੇਮ ਵੇਖ ਕੇ ਤੁਹਾਡੇ ਕੋਲ ਚੱਲ ਕੇ ਆਏ ਸਾਂ। ਚਿਰੰਕਾਲ ਬੀਤਿਓ ਪੁਰ ਤਜਿਓ। ਤੇ ਕਿੰਨਾ ਚਿਰ ਹੋ ਗਿਆ ਅੰਮ੍ਰਿਤਸਰ ਸਾਹਿਬ ਆਪਣੇ ਘਰ ਨੂੰ ਆਪਣੀ ਰਾਜਧਾਨੀ ਨੂੰ ਛੱਡਿਆ। ਸ਼੍ਰੀ ਹਰਿਮੰਦਰ ਕੋ ਨਹਿ ਜਜਿਓ। ਕਿੰਨਾ ਚਿਰ ਹੋ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਲਿਖ ਲਿਖ ਪਠੇ ਸਿੱਖ ਅਰਦਾਸ। ਗੁਰੂ ਕੇ ਸਿੱਖ ਅਰਦਾਸਾਂ ਲਿਖ ਲਿਖ ਕੇ ਭਾਈ ਭੇਜ ਰਹੇ ਨੇ। ਜਿਨ ਕੈ ਨਿਸ ਦਿਨ ਪ੍ਰੇਮ ਪ੍ਰਕਾਸ਼। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸਦਾ ਪ੍ਰੇਮ ਦਾ ਦੀਵਾ ਬਲਦਾ ਰਹਿੰਦਾ। ਵੱਡੇ ਗੁਰਨ ਕੇ ਸੰਗੀ ਰਹੇ। ਜਿਹੜੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੰਗੀ ਸਾਥੀ ਰਹੇ ਹਨ। ਉਚਿਤ ਅਦਬ ਕੇ ਹਮ ਕੋ ਅਹੇ। ਉਹਨਾਂ ਦਾ ਅਦਬ ਕਰਨਾ ਸਾਨੂੰ ਬਣ ਆਉਂਦਾ। ਉਹਨਾਂ ਦਾ ਬਹੁਤਾ ਅਦਬ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ। ਜਿਨ ਕੋ ਕਹਿਓ ਹਟੇ ਨਹਿ ਮੋਤੇ। ਉਹਨਾਂ ਦੀ ਕਹੀ ਹੋਈ ਗੱਲ ਨੂੰ ਅਸੀਂ ਮੋੜ ਨਹੀਂ ਸਕਦੇ। ਹਾਂ, ਇਹ ਛੇਵੇਂ ਪਾਤਸ਼ਾਹ ਕਹਿ ਰਹੇ ਨੇ ਵੀ ਜਿਹੜੇ ਵੱਡੇ ਸਤਿਗੁਰਾਂ ਦੇ ਸਤਸੰਗੀ ਨੇ ਨਾ ਗੁਰਸਿੱਖ, ਬਾਬਾ ਬੁੱਢਾ ਜੀ ਇਤਿਆਦਿਕ, ਉਹਨਾਂ ਦੇ ਬਚਨਾਂ ਨੂੰ ਅਸੀਂ ਮੋੜ ਨਹੀਂ ਸਕਦੇ। ਉਤਮਤਾ ਕਹੀਐ ਕਿਆ ਤੋਤੇ। ਉਤਮਤਾ ਕਹੀਐ ਕਿਆ ਤੋਤੇ। ਕੀ ਉਤਮਤਾ ਉਹਨਾਂ ਦੀ ਦੱਸਾਂ ਮੈਂ ਤੁਹਾਨੂੰ। ਉਹਨਾਂ ਦੀਆਂ ਵਡਿਆਈਆਂ ਬੜੀਆਂ ਵੱਡੀਆਂ ਹਨ। ਇਸ ਹਿਤ ਕੂਚ ਅਚਾਨਕ ਜਾਨੋ। ਇਸ ਹਿਤ ਇਸ ਕਰਕੇ ਅਚਾਨਕ ਸਾਨੂੰ ਕੂਚ ਕਰਨਾ ਪਿਆ ਕਿ ਗੁਰੂ ਕੇ ਸਿੱਖਾਂ ਦਾ ਹੁਕਮ ਆ ਗਿਆ ਹੈ। ਤੁਮ ਦੰਪਤ ਅਬ ਸਭ ਸੁਖ ਠਾਨੋ। ਤੁਸੀਂ ਪਤੀ ਪਤਨੀ ਦੋਵੇਂ ਹਰ ਪ੍ਰਕਾਰ ਦੇ ਸੁਖ ਪ੍ਰਾਪਤ ਕਰੋ ਭਾਈ। ਜਨਮ ਮਰਨ ਕੋ ਮਿਟਿਓ ਸੰਦੇਹੂ। ਜੰਮਣ ਤੇ ਮਰਨ ਦੇ ਸਾਰੇ ਸੰਦੇਹ, ਸਾਰੇ ਮਨ ਦੇ ਭਰਮ ਭੁਲੇਖੇ ਤੁਹਾਡੇ ਮਿਟ ਗਏ। ਤੁਹਾਡੇ ਅੰਦਰ ਦਾ ਹਨੇਰਾ ਖਤਮ ਹੋ ਗਿਆ। ਤੁਹਾਡੇ ਅੰਦਰ ਗਿਆਨ ਪ੍ਰਕਾਸ਼ ਹੋ ਗਿਆ। ਸਿਮਰਹੁ ਸਤਨਾਮ ਬਿਦ ਏਹੂ। ਸਤਨਾਮ ਸ੍ਰੀ ਵਾਹਿਗੁਰੂ। ਇਹ ਸਿਮਰੋ, ਵਾਹਿਗੁਰੂ ਜਪੋ, ਪਰਮੇਸ਼ਰ ਨੂੰ ਆਰਾਧਨਾ ਕਰੋ। ਕਿਤਕ ਬਰਖ ਮੈਂ ਪੁਨ ਇਹ ਆਵਨ। ਕਿਤਕ ਕਿੰਨੇ ਕੁ ਬਰਕਾਂ ਦੇ ਵਿੱਚ ਫੇਰ ਦੁਬਾਰਾ ਤੁਹਾਡੇ ਕੋਲ ਆਵਾਂਗੇ। ਕਰਹਿ ਬਿਲਾਸ ਇਹਾਂ ਮਨ ਭਾਵਨ। ਤੇ ਫੇਰ ਇਹ ਤੇ ਮਨ ਪਾਉਂਦੀਆਂ ਕਰਾਂਗੇ। ਇਹ ਤੇ ਆ ਕੇ ਫੇਰ ਆਨੰਦ ਮਾਣਾਂਗੇ। ਆਪ ਤੁਮ ਸਦ ਹੀ ਸੰਗ ਹਮਾਰੇ। ਹੁਣ ਤੁਸੀਂ ਦੋਵੇਂ ਸਾਡੇ ਅੰਗ ਸੰਗਿਓ ਤੇ ਅਸੀਂ ਤੁਹਾਡੇ ਅੰਗ ਸੰਗਾਂ ਨਾਲ ਹੀ ਆ। ਤੁਸੀਂ ਤੇ ਅਸੀਂ ਕਦੇ ਇੱਕ ਦੂਜੇ ਤੋਂ ਜੁਦਾ ਨਹੀਂ ਹਾਂ।
ਹਰ ਵੇਲੇ ਤੁਹਾਡੇ ਨਾਲ ਹੀ ਹਾਂ। ਨਹੀਂ ਕਰਹਿ ਨਿਜ ਤੇ ਕਬ ਨਿਆਰੇ। ਇਸ ਲਈ ਭਾਈ ਤੁਸੀਂ ਸਾਡੇ ਤੋਂ ਕਦੇ ਓਹਲੇ ਨਹੀਂ ਹੋਵੋਗੇ, ਤੁਸੀਂ ਸਾਡੇ ਤੋਂ ਦੂਰ ਨਹੀਂ ਹੋਵੋਗੇ। ਸੋ ਇਸ ਕਰਕੇ ਨਾ ਨਹੀਂ ਕਰੈ ਨਿਜ ਤੇ ਕਬ ਨਿਆਰੇ, ਤੁਹਾਨੂੰ ਆਪਣੇ ਤੋਂ ਦੂਰ ਨਹੀਂ ਕਰਾਂਗੇ। ਕਿਤੇ ਆਦਿਕ ਕਹੈ ਧੀਰਜ ਦਈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਧੀਰਜ ਦਿੱਤਾ। ਦੰਪਤ ਆਇਸ ਸਿਰ ਧਰ ਲਈ। ਦੋਵੇਂ ਪਤੀ ਤੇ ਪਤਨੀ ਨੇ ਸਤਿਗੁਰਾਂ ਦੀ ਆਗਿਆ ਨੂੰ ਆਪਣੇ ਸਿਰ ਧਰ ਪ੍ਰਵਾਨ ਕੀਤਾ। ਬਿਨ ਅਨੁਸਾਰ ਨ ਬੋਲੇ ਹੇਰ। ਫਿਰ ਇਸੇ ਤਰ੍ਹਾਂ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਜਿਵੇਂ ਗੁਰੂ ਦੀ ਆਗਿਆ ਹੈ ਸਤ ਬਚਨ ਕਹਿ ਕੇ ਉਠੇ ਨਮੋ ਕਰ ਸੁਪਤੇ ਫੇਰ। ਨਮਸਕਾਰ ਕਰਕੇ ਉੱਠ ਗਏ। ਸਤਿਗੁਰੂ ਜੀ ਵੀ ਸੌਂ ਗਏ ਤੇ ਇਹ ਵੀ ਜਾ ਕੇ ਸੌਂ ਗਏ ਹਨ। ਰਾਤ ਜਥਾ ਸੁਖ ਸਕਲ ਬਿਤਾਈ। ਰਾਤ ਦੇ ਵਕਤ ਬੜੇ ਸੁਖ ਦੇ ਨਾਲ ਬੜੇ ਆਨੰਦ ਦੇ ਨਾਲ ਸਾਰਾ ਸਮਾਂ ਬਤੀਤ ਕੀਤਾ। ਪ੍ਰਾਤ ਹੋਤ ਗੁਰ ਕੀਨ ਚੜਾਈ। ਜਦੋਂ ਪ੍ਰਾਤ ਅੰਮ੍ਰਿਤ ਵੇਲਾ ਹੋਇਆ ਤਾਂ ਸਤਿਗੁਰਾਂ ਨੇ ਫਿਰ ਚੜ੍ਹਾਈ ਕਰ ਦਿੱਤੀ, ਚਾਲੇ ਪਾ ਦਿੱਤੇ। ਹਿਤ ਸਨਮਾਨ ਸੰਗ ਕੁਛ ਆਏ। ਇਹ ਪਤੀ ਪਤਨੀ ਤੇ ਨਗਰ ਦੇ ਲੋਕ ਸਤਿਗੁਰਾਂ ਦੇ ਸਨਮਾਨ ਹਿਤ ਕੁਝ ਦੂਰ ਤੱਕ ਨਾਲ ਨਾਲ ਚੱਲ ਕੇ ਆਏ। ਕਹੇ ਬਹੁ ਬਾਰ ਬਹੁਰ ਹਟਾਏ। ਤਾਂ ਸਤਿਗੁਰਾਂ ਨੇ ਬਾਰ-ਬਾਰ ਕਿਹਾ ਭਾਈ ਹੁਣ ਮੁੜ ਜਾਓ, ਭਾਈ ਹੁਣ ਮੁੜ ਜਾਓ। ਇਸ ਤਰ੍ਹਾਂ ਕਹਿ ਕੇ ਮੁੜ ਮੁੜ ਕੇ ਬਾਰ-ਬਾਰ ਹਟਾਇਆ। ਵਿਸ਼ਰਤ ਰਾਮੋ ਬੰਧਨ ਕੀਨ। ਤਾਂ ਰਾਮੋ ਜੀ ਨੇ ਔਰ ਭਾਈ ਸਾਈਂ ਦਾਸ ਜੀ ਨੇ ਫਿਰ ਬੰਧਨਾ ਕੀਤੀ। ਸਾਈਂ ਦਾਸ ਨਿਮਿਓ ਬਨ ਦੀਨ। ਸਾਈਂ ਦਾਸ ਜੀ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ। ਗੰਗਾ ਮਾਤ ਚੜੀ ਤਬੋ ਸਯੰਦਨ। ਮਾਤਾ ਗੰਗਾ ਜੀ ਫਿਰ ਆਪਣੇ ਸਿਯੰਦਨ ਰੱਥ ਤੇ ਸਵਾਰ ਹੋਏ। ਦੋਨੋਂ ਕਰੀ ਜਾਏ ਪਾਦ ਬੰਦਨ। ਦੋਵਾਂ ਪਤੀ ਪਤਨੀ ਨੇ ਮਾਤਾ ਗੰਗਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਆਸ਼ਿਖ ਦੇ ਆਗੇ ਕਹੋ ਚਲੀ। ਫਿਰ ਅਸੀਸਾਂ ਦਿੱਤੀਆਂ ਮਾਤਾ ਗੰਗਾ ਜੀ ਨੇ ਤੇ ਅੱਗੇ ਚੱਲ ਪਏ। ਪੁਣ ਦਮੋਦਰੀ ਕੇ ਸੰਗ ਮਿਲੀ। ਫਿਰ ਮਾਤਾ ਦਮੋਦਰੀ ਜੀ ਨੂੰ ਜਾ ਕੇ ਮਾਤਾ ਰਾਮੋ ਜੀ ਮਿਲੇ ਹਨ। ਦੰਪਤ ਜੰਪਤ ਦਵੈ ਕਰ ਬੰਦ। ਦੋਵੇਂ ਪਤੀ ਤੇ ਪਤਨੀ ਨੇ ਬਹੁਤ ਪ੍ਰੇਮ ਦੇ ਨਾਲ ਬੈਰਾਗ ਵਿੱਚ ਆ ਕੇ ਨਮਸਕਾਰਾਂ ਕੀਤੀਆਂ। ਤੂੰ ਜਨਮੀ ਜਗ ਭਾਗ ਬਿਲੰਦ। ਆਖਿਆ ਹੇ ਦਮੋਦਰੀ ਤੂੰ ਵੱਡੇ ਭਾਗਾਂ ਵਾਲੀ ਐ, ਤੇਰਾ ਜਨਮ ਹੋਇਆ ਤਾਂ ਸਾਡੇ ਵੀ ਭਾਗ ਜਾਗ ਪਏ। ਮਾਤ ਪਿਤਾ ਕੋ ਬੰਸ ਉਧਾਰਾ। ਆਪਣੇ ਮਾਤਾ ਪਿਤਾ ਦਾ ਜੋ ਮਹਾਨ ਬੰਸ ਹੈ ਉਹਦਾ ਉਧਾਰ ਕਰ ਦਿੱਤਾ। ਤੁਝ ਕਰ ਭਾਸਣ ਬੰਦ ਹਮਾਰਾ। ਤੇ ਤੇਰੀ ਵਜ੍ਹਾ ਦੇ ਨਾਲ ਹੀ ਵੇਖ ਲਾ ਸਾਡਾ ਵੀ ਸਤਿਗੁਰਾਂ ਦੇ ਪਰਿਵਾਰ ਦੇ ਨਾਲ ਰਿਸ਼ਤਾ ਬਣ ਗਿਆ। ਭਏ ਕਿਰਤਾਰਥ ਤੁਵ ਉਪਕਾਰਾ। ਤੇਰੇ ਪਰ ਉਪਕਾਰਾਂ ਦਾ ਕਰਕੇ ਅਸੀਂ ਕਿਰਤਾਰਥ ਹੋ ਗਏ ਆਂ, ਰੱਜ ਗਏ, ਨਿਹਾਲ ਹੋ ਗਏ। ਜਾਂ ਤੇ ਬੰਧਨ ਬਾਰੰਬਾਰਾ। ਜਿਸ ਕਰਕੇ ਬਾਰੰਬਾਰ ਬੰਧਨਾ ਹੈ ਤੇਰੇ ਚਰਨਾਂ ਦੇ ਵਿੱਚ। ਗੁਰ ਤੇ ਜੇਠੋ ਪੁੱਤਰ ਉਪਾਇਓ। ਸਤਿਗੁਰੂ ਜੀ ਦੇ ਵੱਡੇ ਸੁਪੁੱਤਰ ਦੀ ਮਾਤਾ ਹੈ ਤੂੰ। ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਤੇਰੀ ਕੁੱਖੋਂ ਜਨਮ ਲਿਆ। ਅਦਿਕ ਭਾਗ ਤੁਵ ਭਾਲ ਸੁਹਾਇਓ। ਤਾਂ ਇਹ ਵੀ ਉਹਨਾਂ ਜ਼ਮਾਨਿਆਂ ਦੀ ਵਾਰਤਾ ਸੀ ਕਿ ਵੱਡਾ ਪੁੱਤਰ ਜਿਹੜਾ ਹੋਣਾ ਉਹਦੀ ਮਾਂ ਹੀ ਪਟਰਾਣੀ ਹੁੰਦੀ ਸੀ ਰਾਜ ਘਰਾਣਿਆਂ ਦੇ ਵਿੱਚ। ਤੇ ਵੱਡਾ ਪੁੱਤਰ ਹੀ ਵਲੀ ਅਹਿਦ ਭਾਵ ਕਿ ਰਾਜ ਭਾਗ ਦਾ ਅਗਲਾ ਵਾਰਿਸ ਵੀ ਐਟੋਮੈਟਿਕਲੀ ਕੁਦਰਤੀ ਰੂਪ ਦੇ ਵਿੱਚ ਹੀ ਗਿਣਿਆ ਜਾਂਦਾ ਸੀ ਵੀ ਇਹੋ ਹੀ ਹੋਵੇਗਾ। ਇਸ ਲਈ ਵੱਡੇ ਪੁੱਤਰ ਦੀ ਮਹਾਨਤਾ ਬਹੁਤ ਜ਼ਿਆਦੀ ਹੁੰਦੀ ਸੀ। ਸ੍ਰੀ ਗੁਰ ਦਿੱਤੇ ਕਹੋ ਲੈ ਗੋਦ। ਫਿਰ ਬਾਬਾ ਗੁਰਦਿੱਤਾ ਜੀ ਨੂੰ ਗੋਦ ਵਿੱਚ ਲੈ ਕੇ ਬਾਰ ਬਾਰ ਪਿਖ ਹੋਤ ਪਰਮੋਦ। ਬਾਰ ਬਾਰ ਬੜਾ ਲਾਡ ਕੀਤਾ, ਬੜਾ ਚਾਅ ਕੀਤਾ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ ਨੇ। ਕਹੈ ਦਮੋਦਰੀ ਗੁਰਨ ਪ੍ਰਤਾਪ। ਮਾਤਾ ਦਮੋਦਰੀ ਜੀ ਕਹਿਣ ਲੱਗੇ ਸਤਿਗੁਰਾਂ ਦਾ ਪ੍ਰਤਾਪ ਹੈ, ਗੁਰੂ ਦੀ ਬਖਸ਼ਿਸ਼ ਹੈ। ਇਹ ਤਾਂ ਵੱਡੇ ਸਤਿਗੁਰਾਂ ਦੀ ਮਿਹਰ ਦੇ ਨਾਲ, ਕਿਉਂਕਿ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਕੋਲ ਡੱਲੇ ਨਿਵਾਸੀ ਬਾਬਾ ਪਰਮਾਨੰਦ ਜੀ ਪਰਮਹੰਸ ਉਹ ਸੇਵਾ ਕਰਿਆ ਕਰਦੇ
ਤੇ ਜਦੋਂ ਬੇਨਤੀ ਕੀਤੀ ਮਹਾਰਾਜ ਜੀ, ਇੱਕ ਤੇ ਹੰਸ ਹੁੰਦਾ, ਦੁੱਧ 'ਚ ਚੁੰਝ ਪਾਵੇ ਤੇ ਦੁੱਧ ਫਟ ਜਾਂਦਾ ਹੈ, ਪਨੀਰ ਚੁਗ ਲੈਂਦਾ, ਪਾਣੀ ਨੂੰ ਛੱਡ ਦਿੰਦਾ। ਸੋ ਗੁਰਮੁਖ ਵੰਸੀ ਪਰਮਹੰਸ, ਕੂੜ ਸੱਚ ਨੀਰ ਖੀਰ ਵਲੋਈ, ਇਹ ਬਖਸ਼ਿਸ਼ ਹੈ। ਸਤਿਗੁਰੂ ਜੀ ਪਰਮਹੰਸ ਜਿਹੜਾ ਹੈ ਉਹ ਕੀ ਹੁੰਦਾ ਹੈ? ਮਹਾਰਾਜ ਨੇ ਪੁੱਛਿਆ, ਕਿਉਂ ਭਾਈ ਪਰਮਹੰਸ ਵੇਖਣਾ ਹੈ, ਜਾਣਨਾ ਹੈ ਕਿ ਬਣਨਾ ਹੈ? ਸੱਚੇ ਪਾਤਸ਼ਾਹ ਬਣਾ ਦਿਓ। ਤਾਂ ਗੁਰੂ ਅਮਰਦਾਸ ਜੀ ਨੇ, ਬਾਬਾ ਪਰਮਾਨੰਦ ਇਹਨਾਂ ਨੂੰ, ਸਾਧ ਸੰਗਤ ਜੀ, ਪਰਮਹੰਸ ਬਣਾ ਦਿੱਤਾ। ਤੋ ਇਸ ਪ੍ਰਕਾਰ ਦੇ ਨਾਲ ਇਹ ਵੀ ਬਖਸ਼ਿਸ਼ ਕਰ ਦਿੱਤੀ ਕਿ ਤੁਹਾਡੇ ਖਾਨਦਾਨ ਦਾ ਸਾਡੇ ਘਰ ਦੇ ਨਾਲ ਸੰਬੰਧ ਹੋਵੇਗਾ, ਰਿਸ਼ਤਾ ਬਣੇਗਾ, ਨਾਤਾ ਬਣੇਗਾ। ਸੋ ਉਸ ਬਖਸ਼ਿਸ਼ ਦੇ ਦੁਆਰਾ ਮਾਤਾ ਦਮੋਦਰੀ ਜੀ ਦਾ ਆਗਮਨ ਹੋਇਆ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਇਹ ਰਿਸ਼ਤਾ ਬਣ ਆਇਆ, ਸੰਬੰਧ ਬਣ ਆਇਆ। ਦਾਸੀ ਜਾਨ ਕਰੀ ਮੋਹ ਆਪ, ਸਤਿਗੁਰਾਂ ਨੇ ਮੈਨੂੰ ਗਰੀਬਣੀ ਨੂੰ ਆਪਣੀ ਦਾਸੀ ਬਣਾ ਲਿਆ। ਤਿਨ ਕੀ ਕਿਰਪਾ ਜਾਸ ਪਰ ਹੋਏ, ਇਸ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਹੋਈ ਆਪਣੇ ਸੇਵਕਾਂ ਤੇ, ਸੁਖ ਵਡਿਆਈ ਪ੍ਰਾਪਤ ਸੋਏ। ਤੇ ਗੁਰੂ ਕੀ ਮਿਹਰ ਦੇ ਨਾਲ ਪੁੱਤਰ ਦੀ ਵਡਿਆਈ ਵੀ ਪ੍ਰਾਪਤ ਹੋ ਗਈ। ਦੀਪਮਾਲ ਵੈਸਾਖੀ ਆਦ, ਦੀਪਮਾਲਾ ਦਾ, ਦੀਵਾਲੀ ਦਾ ਤੇ ਵਿਸਾਖੀ ਇਤਿਆਦਿਕ ਦਾ ਜੋੜ ਮੇਲਾ। ਮਿਲਹੁ ਆਨ ਕਰ ਲਿਹੋ ਅਹਿਲਾਦ, ਇਹ ਵੱਡੇ ਭੈਣ ਜੀ, ਆਪ ਜੀ ਵਿਸਾਖੀ ਤੇ ਵੀ ਆਇਆ ਕਰੋ, ਦੀਵਾਲੀ ਤੇ ਵੀ ਆਇਆ ਕਰੋ, ਤੇ 6 ਮਹੀਨੇ ਸਾਨੂੰ ਮਿਲ ਕੇ ਜਾਇਆ ਕਰੋ। ਗਲ ਸੋ ਮਿਲ ਕਰ ਹੋਏ ਨਿਆਰੀ, ਇਸ ਕਰਕੇ ਗਲ ਨਾ ਮਿਲੇ ਤੇ ਆਪੋ ਵਿੱਚ ਦੀ ਪ੍ਰੇਮਾ ਭਾਵਨੀ ਦੀ ਅਲਵਿਦਾ ਕਰਕੇ ਤਿਆਰੀ ਕਰ ਲਈ। ਬਹੁਰ ਨਾਨਕੀ ਨਿਕਟ ਪਧਾਰੀ, ਫਿਰ ਸਤਿਗੁਰਾਂ ਦੇ ਦੂਜੇ ਮਹਿਲ ਮਾਤਾ ਨਾਨਕੀ ਜੀ ਦੇ ਕੋਲ ਜਾ ਕੇ ਨਮੋ ਕਰਤ ਕੋ ਪਕੜ ਹਟਾਈ, ਨਮਸਕਾਰ ਕੀਤੀ ਹੈ। ਉਹਨਾਂ ਨੇ ਅੱਗੋਂ ਪਕੜ ਕੇ ਹਟਾਇਆ। ਲੈ ਰਾਮੋ ਗਾਰ ਸੰਗ ਮਿਲਾਈ, ਔਰ ਬੀਬੀ ਰਾਮੋ ਜੀ ਨੂੰ ਗਲ ਨਾਲ ਲਾ ਲਿਆ। ਕਹੇ ਸੋਣ ਬਚਨ ਪ੍ਰੇਮ ਕੇ ਮੁਰੀ, ਇਸ ਤਰ੍ਹਾਂ ਆਪੋ ਵਿੱਚ ਦੀ ਪ੍ਰੇਮਾ ਭਾਵਨੀ ਦੇ ਬਚਨ ਹੋਏ। ਆਂਸੂ ਢਰਤ ਬਿਲੋਕਤ ਖਰੀ, ਬੀਬੀ ਰਾਮੋ ਜੀ ਦੇ ਨੇਤਰਾਂ ਚੋਂ ਜਲ ਕਿਰੀ ਜਾਵੇ, ਅਥਰੂ ਨਿਕਲੀ ਜਾਣ ਬੈਰਾਗ ਕਰਕੇ। ਦੋਨੋਂ ਡੋਰੇ ਸੰਗ ਮਿਲਾਏ, ਦੋਵੇਂ ਡੋਲੇ ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਅੱਗੇ ਅੱਗੇ ਫਿਰ ਚੱਲ ਪਏ। ਤਬ ਸਯੰਦਨ ਗੰਗਾ ਚਲਵਾਏ, ਤਾਂ ਮਾਤਾ ਗੰਗਾ ਜੀ ਨੇ ਆਪਣੀਆਂ ਦੋਵਾਂ ਨੌਵਾਂ ਨੂੰ ਨਾਲ ਕਰਕੇ ਫਿਰ ਆਪਣਾ ਰੱਥ ਚਲਾ ਲਿਆ। ਬਲੀ ਤੁਰੰਗਨ ਗੁਰੂ ਅਰੋਹੇ, ਇੱਕ ਬੜੇ ਬਲੀ ਘੋੜੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬਿਰਾਜਮਾਨ ਹੋਏ। ਮਹਾ ਬੇਗ ਤੇ ਗਮਨਤ ਸੋਹੇ, ਮਹਾ ਬੇਗ ਤੇ ਬੜੀ ਤੇਜ਼ੀ ਦੇ ਨਾਲ ਜੋ ਘੋੜਾ ਦੌੜਦਾ ਹੈ। ਸੰਗ ਪਵੰਗਮ ਜੋਧਾ ਚੜੇ, ਸਤਿਗੁਰੂ ਜੀ ਦੇ ਨਾਲ ਯੋਧੇ ਸੂਰਬੀਰ ਬਹਾਦਰ ਜਿਹੜੇ ਸ਼ਸਤਰ ਧਾਰੀ ਉਹ ਵੀ ਚੜੇ ਤੁਰੇ। ਚਲਹਿ ਪਿਛਾਰੀ ਆਨੰਦ ਵੱਡੇ, ਪਿੱਛੇ ਪਿੱਛੇ ਆਨੰਦ ਦੇ ਨਾਲ ਝੂਮਦੀਆਂ ਹੋਈਆਂ ਗੁਰੂ ਕੀਆਂ ਸੰਗਤਾਂ, ਗੁਰੂ ਕੇ ਪਿਆਰ ਵਾਲੇ ਵੀ ਚੱਲੇ ਆਉਂਦੇ। ਪੰਥ ਉਲੰਘਿਓ ਕੇਤਕ ਹੇਰਾ, ਕੁਝ ਜਿਹੜਾ ਰਸਤਾ ਉਲੰਘ ਕੇ ਥੋੜਾ ਜਿਹਾ ਪੈਂਡਾ ਕਰਕੇ ਦੁਆਦਸ ਕੋਸ ਕਰਿਓ ਚੱਲ ਡੇਰਾ, ਦੁਆ 10-12 ਕੋਸਾਂ ਤੇ ਜਾ ਕੇ ਡੇਰਾ ਕਰ ਲਿਆ। ਜਥਾ ਜੋਗ ਕਰ ਖਾਨ ਰੂਪਾਨਾ, ਫਿਰ ਜਥਾ ਜੋਗ ਭੋਜਨ ਪ੍ਰਸ਼ਾਦੇ ਇਤਿਆਦਿਕ ਦਾ ਸੇਵਨ ਕੀਤਾ, ਗੁਰੂ ਕਾ ਲੰਗਰ ਛਕਿਆ। ਨਿਸ ਬਿਤਾਏ ਹੋਏ ਸਾਵਧਾਨਾ, ਤਾਂ ਸਾਰੀ ਗੁਰੂ ਕੀ ਸੰਗਤ ਸਾਵਧਾਨ ਹੋਈ ਹੈ। ਇਹ ਤੇ ਮੇਰੇ ਸਤਿਗੁਰਾਂ ਨੇ ਦੀਵਾਨ ਵੀ ਸਜਾ ਲਿਆ। ਕਰਤ ਅਖੀਰ ਗੁਰੂ ਮਗ ਚਾਲੇ, ਸਾਧ ਸੰਗਤ ਜੀ ਰਾਤ ਬਤੀਤ ਕੀਤੀ ਤੇ ਫਿਰ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਅਭਿਆਸ ਕਰਦੇ, ਘੋੜ ਦੌੜਾਂ ਕਰਵਾਉਂਦੇ ਹੋਏ ਚੱਲ ਪਏ। ਪਾਛੇ ਸਭ ਕੋ ਗੰਗ ਸੰਭਾਲੇ, ਅੱਗੇ ਅੱਗੇ ਸਤਿਗੁਰੂ ਜੀ ਤੇ ਮਾਤਾ ਗੰਗਾ ਜੀ ਪਿੱਛੇ ਪਿੱਛੇ ਨੇ ਸਭ ਨੂੰ ਸੰਭਾਲਦੇ ਹੋਏ ਆ ਰਹੇ। ਗਮਨੇ ਡੇਰਾ ਕੂਚ ਕਰਾਏ, ਵਾਹ ਵਾਹ ਅੱਗੇ ਜਾ ਕੇ ਪੈਂਡਾ ਕਰਕੇ ਫਿਰ ਡੇਰੇ ਦਾ ਕੂਚ ਕਰਵਾ ਦਿੰਦੇ। ਇਸੀ ਪ੍ਰਕਾਰ ਚੱਲੇ ਮਗ ਜਾਏ, ਇਸ ਤਰ੍ਹਾਂ ਹੌਲੀ ਹੌਲੀ ਚੱਲਦੇ, ਡੇਰੇ ਕਰਦੇ, ਰੁਕਦੇ,
ਫੇਰ ਚੱਲਦੇ ਹੋਏ ਪੈਂਡਾ ਵਾਹ ਵਾਹੀ ਤੈਅ ਕਰ ਲਿਆ। ਆਏ ਤਰਨ ਤਾਰਨ ਕੇ ਥਾਨ, ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਪਹੁੰਚ ਗਏ ਹਨ। ਟਿਕੇ ਨਿਸਾ ਮਹਿ ਗੁਰ ਭਗਵਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੁਰੂ ਕਾ ਪਰਿਵਾਰ, ਗੁਰੂ ਕੀ ਵਹੀਰ ਰਾਤ ਇਤੇ ਤਰਨ ਤਾਰਨ ਸਾਹਿਬ ਹੀ ਟਿਕ ਗਏ। ਸੁਤ ਕੋ ਲੇ ਕਰ ਗੇ ਦਰਬਾਰਾ, ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦੀ ਆਰਬਲਾ ਅਜੇ 5 ਮਹੀਨੇ ਹੈ, ਇਹਨਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਮੱਥਾ ਟਿਕਾਇਆ। ਬੰਦਨ ਕਰ ਪ੍ਰਸਾਦ ਵਰਤਾਰਾ, ਵੰਦਨਾ ਕਰਕੇ ਨਮਸਕਾਰ ਕਰਕੇ ਪ੍ਰਸ਼ਾਦ ਵਰਤਾਇਆ। ਕਰੀ ਪ੍ਰਦਰਸ਼ਨਾ ਫੇਰ ਕਰ ਸਾਰੇ, ਫੇਰ ਪਰਿਕਰਮਾ ਕਰਕੇ 4 ਚਫੇਰੇ। ਪੌਨ ਬਿਸਰਾਮੇ ਨਿਸਾ ਗੁਜ਼ਾਰੇ, ਫੇਰ ਰਾਤ ਗੁਜ਼ਾਰੀ ਐ ਤੇ ਵਿਸਰਾਮ ਕੀਤਾ। ਦੇਖ ਪਰਾਤ ਗੁਰ ਕੀਨ ਚੜਾਈ, ਫੇਰ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰਾਂ ਨੇ ਚੜ੍ਹਾਈ ਕਰ ਦਿੱਤੀ। ਪ੍ਰਥਮ ਸੁਦਾਸਰ ਸੁਧ ਪਹੁੰਚਾਈ, ਪਹਿਲਾ ਹੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਖਬਰ ਪਹੁੰਚਾ ਦਿੱਤੀ। ਤਬ ਪੁਰ ਪਾਈ ਸਾਗਰ ਸ਼ੋਭਾ, ਸਤਿਗੁਰੂ ਮਹਾਰਾਜ ਜੀ ਆ ਰਹੇ ਨੇ। ਜਦੋਂ ਇਹ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਬਾਰੇ ਬਾਬਾ ਬੁੱਢਾ ਜੀ ਨੇ ਸੁਣੇ ਨਾ, ਸਾਰੇ ਨਗਰ ਦੇ ਵਿੱਚ ਬੜੀ ਸੋਭਾ ਬਣ ਗਈ। ਸਾਰਾ ਨਗਰ ਜਿਵੇਂ ਸਾਗਰ ਦੀ, ਸਾਧ ਸੰਗਤ ਜੀ ਤਸਬੀਹ ਦਿੰਦੇ ਨੇ ਕਵੀ ਜੀ। ਉਮੰਗੇ ਨਰ ਜਾਨ ਬਾਡਿਓ ਸ਼ੋਭਾ, ਜਿਵੇਂ ਹੜ ਆ ਜਾਂਦਾ ਨਾ, ਜਿਵੇਂ ਜੁਆਰ ਆਉਂਦਾ ਹੈ, ਜੁਆਰ ਭਾਟਾ, ਇਸ ਤਰ੍ਹਾਂ ਸਤਿਗੁਰਾਂ ਦੇ ਆਉਣ ਦੀ ਖਬਰ ਸੁਣ ਕੇ ਸਾਰਾ ਹੀ ਨਗਰ ਇਧਰ ਨੂੰ ਉਮੜ ਪਿਆ। ਬਸਤਰ ਵਿਭੂਖਣ ਪਹਿਰਤ ਨਾਰੀ, ਸੋਹਣੇ ਸੋਹਣੇ ਬਸਤਰ ਵਿਭੂਖਣ ਆਦਿਕ ਪਹਿਨੇ ਹੋਏ ਬੀਬੀਆਂ ਨੇ। ਹਿਤ ਆਦਰ ਕੇ ਮਿਲਨ ਅਗਾਰੀ, ਅੱਗੇ ਹੋ ਕੇ ਹਰ ਗੁਰੂ ਕਾ ਸਿੱਖ ਮਿਲਣ ਵਾਸਤੇ ਚੱਲਿਆ। ਬੀਥਨ ਚਲੀ ਪ੍ਰਕਾਸ਼ ਸ਼ਬੀਲਾ, ਇਸ ਤਰ੍ਹਾਂ ਗਲੀਆਂ ਦੇ ਵਿੱਚ ਸਾਧ ਸੰਗਤ ਜੀ 4 ਚੁਫੇਰੇ ਸੰਗਤਾਂ ਦਾ ਹੜ ਆਇਆ ਹੋਇਆ ਹੈ। ਸੋਹਤ ਜਿਉ ਬੜਵਾਨਲ ਕੀਲਾ, ਤਾਂ ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਨੇ। ਹਰ ਕੋਈ ਕਹਿੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਤੋਂ ਜਿਵੇਂ ਸਾਗਰ ਦੇ ਵਿੱਚ ਬੜਵਾ ਨਲ, ਜਿਹੜੀ ਸਾਗਰ ਦੇ ਅੰਦਰ ਜਵਾਲਾਮੁਖੀ ਫਟਦਾ ਹੈ ਤਾਂ ਉਹ ਅਗਨ ਹੁੰਦੀ ਹੈ, ਇਸ ਤਰ੍ਹਾਂ ਕਹਿਣ ਲੱਗੇ ਗਲੀਆਂ ਬਾਜ਼ਾਰਾਂ ਦੇ ਵਿੱਚ ਸਿੱਖ ਸੰਗਤਾਂ ਸਜੀਆਂ ਫੱਬੀਆਂ, ਇਉਂ ਲੱਗਦਾ ਜਿਵੇਂ ਸਾਗਰ ਦੇ ਵਿੱਚ ਬੜਵਾ ਅਗਨ ਹੋਵੇ। ਨਗਰ ਮਿਰਜ਼ਾਦ ਸੋਬੇਲਾ ਠਾਹਰ, ਨਗਰ ਦੀ ਮਰਜ਼ਾਦਾ, ਗੁਰੂ ਕਾ ਨਗਰ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਬਾਕੀ ਸਾਰਿਆਂ ਨਗਰਾਂ ਦੇ ਨਾਲੋਂ ਅੱਡ ਹੈ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਉਣਾ, ਨਗਰ ਮਿਰਜ਼ਾਦ ਸੋ ਬੋਲਾ ਠਾਹਰ, ਸੋ ਬੇਲਾ ਠਾਹਰ, ਨਗਰ ਦੀ ਮਰਜ਼ਾਦਾ। ਸੋ ਜਿਵੇਂ ਪੁਰਾਣੇ ਸਮੇਂ ਤੋਂ ਜਿਹੜਾ ਬਾਰ-ਬਾਰ ਨਗਰ ਦੇ ਸੰਗਤਾਂ ਜੁੜ ਜਾਂਦੀਆਂ, ਜਦੋਂ ਸਤਿਗੁਰਾਂ ਨੇ ਆਉਣਾ ਹੁੰਦਾ ਬਾਰ-ਬਾਰ ਸੰਗਤਾਂ ਬੜਾ ਭਾਰੀ ਇਕੱਠ ਕਰਦੀਆਂ, ਇੱਥੇ ਸਤਿਗੁਰਾਂ ਦਾ ਸਵਾਗਤ ਹੁੰਦਾ। ਨਰ ਜਲ ਨਿਕਸੇ ਫੈਲਤ ਬਾਹਰ, ਤਾਂ ਜਿਵੇਂ ਸਮੁੰਦਰ ਦਾ ਜਲ ਬਾਹਰ ਨਿਕਲ ਕੇ ਫੈਲ ਜਾਂਦਾ ਨਾ, ਇਵੇਂ ਅੰਮ੍ਰਿਤਸਰ ਸਾਹਿਬ ਨਗਰ ਸਮੁੰਦਰ ਹੈ। ਸੰਗਤਾਂ ਜਲ ਦੀ ਨਿਆਈ ਸ਼ਹਿਰ ਤੋਂ ਬਾਹਰ ਨਿਕਲ ਕੇ ਆ ਖੜੋਤੀਆਂ ਨੇ। ਸ੍ਰੀ ਹਰਿ ਗੋਬਿੰਦ ਚੰਦ ਮਨਿੰਦ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੰਦਰਮਾ ਦੀ ਨਿਆਈ ਨੇ। ਤੋ ਜਿਹੜਾ ਸਮੁੰਦਰ ਦੇ ਵਿੱਚ ਇਹ ਜਿਹੜਾ ਜਵਾਰ ਭਾਟਾ ਆਉਂਦਾ ਕਿਉਂ ਹੈ? ਚੰਦਰਮਾ ਦੀ ਖਿੱਚ ਦੀ ਵਜ੍ਹਾ ਦੇ ਨਾਲ। ਜਦੋਂ ਚੰਦਰਮਾ ਖਿੱਚ ਪਾਉਂਦਾ ਹੈ ਨਾ, ਤਾਂ ਸਮੁੰਦਰ ਦੇ ਵਿੱਚੋਂ ਪਾਣੀ ਜਿਹੜਾ ਬਾਹਰ ਆ ਜਾਂਦਾ। ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਖਿੱਚ ਦੇ ਨਾਲ ਸੰਗਤਾਂ ਨਗਰ ਤੋਂ ਬਾਹਰ ਆ ਗਈਆਂ ਨੇ। ਵਿਖਿਓ ਪਰਬ ਮਹਿ ਧਰਿਓ ਆਨੰਦ, ਇਸ ਤਰ੍ਹਾਂ ਦਰਸ਼ਨ ਕਰਨ ਵਾਲੇ ਆਨੰਦ ਨਾਲ ਭਰ ਗਏ ਹਨ। ਸਿੱਖ ਪਹੁੰਚੇ ਇੱਕ ਕੋਸ ਅਗਾਰੀ, ਨਗਰ ਤੋਂ ਇੱਕ ਕੋਸ ਅੱਗੇ ਪਹੁੰਚ ਗਏ ਨੇ ਗੁਰੂ ਕੇ ਪਿਆਰੇ। ਗੁਰ ਦਰਸ਼ਨ ਕਰ ਬੰਧਨ ਧਾਰੀ, ਸਤਿਗੁਰਾਂ ਦੇ ਦਰਸ਼ਨ ਕਰਕੇ ਬੰਧਨਾ ਕੀਤੀ। ਲੈ ਲੈ ਜਥਾ ਸ਼ਕਤ ਪ੍ਰਸਾਦ, ਗੁਰੂ ਕਾ
ਜੋ ਜਥਾ ਸ਼ਕਤ ਪ੍ਰਸ਼ਾਦ ਇਤਿਆਦਿਕ ਭੇਟਾ ਕਰਨ ਲਈ ਲੈ ਲਿਆ ਸਾਰਿਆਂ। ਅਰਪਤ ਗੁਰ ਕੋ ਧਾਰ ਅਹਿਲਾਦ, ਅਰਪਣ ਕੀਤਾ ਸਾਰਿਆਂ ਨੇ ਬੜੀ ਖੁਸ਼ੀ ਦੇ ਨਾਲ, ਬੜੇ ਪ੍ਰੇਮ ਦੇ ਨਾਲ। ਕੁਸ਼ਲ ਬੂਝ ਆਗੇ ਕੋ ਚਲੇ, ਫਿਰ ਕੁਸ਼ਲਤਾ ਇਤਿਆਦਿਕ ਪੁੱਛ ਕੇ ਸਾਰਿਆਂ ਨੂੰ ਸਤਿਗੁਰੂ ਅੱਗੇ ਚੱਲ ਪਏ। ਤਬ ਗੁਰਦਾਸ ਆਦ ਸਭ ਮਿਲੇ, ਫਿਰ ਭਾਈ ਗੁਰਦਾਸ ਜੀ ਇਤਿਆਦਿਕ ਅੱਗੇ ਹੋ ਕੇ ਮਿਲੇ। ਬ੍ਰਿਧ ਸੋ ਪ੍ਰਥਮ ਪਠਿਓ ਕਹਿ ਐਸੇ, ਧੰਨ ਬਾਬਾ ਬੁੱਢਾ ਜੀ ਨੂੰ ਪਹਿਲਾਂ ਹੀ ਇਹ ਸੁਨੇਹਾ ਘੱਲ ਦਿੱਤਾ ਹੋਇਆ ਸੀ। ਕਰਹੁ ਨ ਖੇਦ ਰਹੋ ਤੁਮ ਬੈਸੇ, ਬਾਬਾ ਜੀ ਤੁਹਾਨੂੰ ਸਾਡੀ ਇਹ ਆਗਿਆ ਹੈ ਕਿ ਆਪ ਨੇ ਬਿਲਕੁਲ ਵੀ ਖੇਦ ਨਹੀਂ ਕਰਨਾ, ਖੇਚਲ ਨਹੀਂ ਕਰਨੀ ਅੱਗੇ ਆਉਣ ਦੀ। ਜਿੱਥੇ ਬੈਠੇ ਹੋਏ ਹੋ ਨਾ ਉੱਥੇ ਬੈਠੇ ਰਹੋ, ਤੁਸੀਂ ਨਹੀਂ ਆਉਣਾ ਸਾਡੇ ਦਰਸ਼ਨ ਕਰਨ, ਅਸੀਂ ਤੁਹਾਡੇ ਦਰਸ਼ਨ ਕਰਨ ਆਵਾਂਗੇ। ਹਮ ਆਵਾਂਗੇ ਨਿਕਟ ਤੁਮਾਰੇ, ਅਸੀਂ ਤੁਹਾਡੇ ਨਿਕਟ ਤੁਹਾਡੇ ਕੋਲ ਆਵਾਂਗੇ। ਸ੍ਰੀ ਹਰਿ ਮੰਦਰ ਦਰਸ਼ਨ ਹਾਰੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਆ ਕਰਕੇ। ਅਪਰ ਅਗਾਊ ਸਗਰੇ ਆਏ, ਅਪਰ ਬਾਕੀ ਸਾਰੇ ਸਤਿਗੁਰਾਂ ਦਾ ਸਵਾਗਤ ਕਰਨ ਅੱਗੇ ਆ ਗਏ ਹਨ। ਪੇਖ ਪੇਖ ਸਤਿਗੁਰ ਕੋ ਹਰਿ ਖਾਏ, ਇਹ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਸਾਰੇ ਬੜੇ ਪ੍ਰਸੰਨ ਹੋ ਰਹੇ ਨੇ। ਜਥਾ ਜੋਗ ਸਭ ਬਚਨ ਉਚਾਰੇ, ਜਥਾ ਜੋਗ ਸਾਰਿਆਂ ਦੇ ਨਾਲ ਹੀ ਬੜੇ ਬੜੇ ਪ੍ਰੇਮ ਦੇ ਬਚਨ ਮਹਾਰਾਜ ਜੀ ਨੇ ਕੀਤੇ ਹਨ। ਲੇਹ ਕਰ ਗਮਨੇ ਸੰਗ ਅਗਾਰੇ, ਇਹ ਸਤਿਗੁਰੂ ਇਹਨਾਂ ਸਾਰਿਆਂ ਨੂੰ ਨਾਲ ਲੈ ਕਰਕੇ ਅੱਗੇ ਵਧ ਰਹੇ ਹਨ ਜੀ। ਤਰਹਿ ਉਪਾਇਨ ਹਵੈ ਬਲਿਹਾਰੀ, ਅੱਗੇ ਭੇਟਾ ਰੱਖ ਕੇ ਮੱਥਾ ਟੇਕਦੇ ਨੇ, ਕੁਰਬਾਨ ਜਾਂਦੇ ਨੇ ਸਤਿਗੁਰਾਂ ਤੋਂ। ਧਨ ਆਜ ਕੀ ਘੜੀ ਉਚਾਰੀ, ਅੱਜ ਦੀ ਘੜੀ ਧਨ ਹੈ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਧਨ ਹੈ ਅੱਜ ਦੀ ਘੜੀ। ਪੁੱਤਰ ਸਹਿਤ ਗੁਰ ਦਰਸ਼ਨ ਨਿਹਾਰਾ, ਇਹ ਪੁੱਤਰ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਦਰਸ਼ਨ ਸਤਿਗੁਰੂ ਜੀ ਸਾਨੂੰ ਪ੍ਰਾਪਤ ਹੋਇਆ। ਆਪ ਜੀ ਦੇ ਵੀ ਦਰਸ਼ਨ ਹੋਏ, ਆਪ ਦੇ ਸਾਹਿਬਜ਼ਾਦੇ ਦੇ ਵੀ ਦਰਸ਼ਨ ਹੋਏ। ਹਮ ਸਭ ਕੇ ਹੈ ਭਾਗ ਉਦਾਰਾ, ਇਹ ਸਾਡੇ ਸਾਰਿਆਂ ਦੇ ਬੜੇ ਵੱਡੇ ਭਾਗ ਹਨ। ਕਿਹ ਕੋ ਦੇਖ ਬੋਲ ਕਿਹ ਸਾਥ, ਕਿਹ ਕੋ ਦੇਖ ਕਿਸੇ ਨੂੰ ਤਾਂ ਕੋਈ ਤਾਂ ਸਾਧ ਸੰਗਤ ਜੀ ਦਰਸ਼ਨ ਕਰਦਾ ਹੈ, ਬੋਲ ਕਹਿ ਸਾਥ ਤੇ ਕੋਈ ਆ ਕੇ ਬਚਨ ਬਿਲਾਸ ਕਰਦਾ। ਸਭੇ ਨੂੰ ਆਨੰਦਤ ਚਾਲੇ ਨਾਥ, ਸਾਰਿਆਂ ਨੂੰ ਆਨੰਦ ਦਿੰਦੇ ਹੋਏ ਮੇਰੇ ਸਤਿਗੁਰੂ ਅੱਗੇ ਚੱਲੇ। ਸ੍ਰੀ ਗੁਰ ਦਿੱਤਾ ਲੇ ਕਰ ਸੰਗ, ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਗੋਦ ਵਿੱਚ ਗਮਨੇ ਸ੍ਰੀ ਦਰਬਾਰ ਉਮੰਗ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਚੱਲ ਪਏ। ਪ੍ਰਥਮ ਅਕਾਲ ਤਖਤ ਕਉ ਬੰਦਤ, ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਨਮਸਕਾਰ ਕੀਤੀ ਹੈ ਤੇ ਬਾਬਾ ਗੁਰਦਿੱਤਾ ਜੀ ਦੀ ਵੀ ਕਰਵਾਈ। ਗਏ ਦਰਸ਼ਨੀ ਪੌਰ ਆਨੰਦਤ, ਦਰਸ਼ਨੀ ਡਿਉੜੀ ਤੇ ਜਾ ਕੇ ਬੜੇ ਪ੍ਰੇਮ ਨਾਲ ਮੱਥਾ ਟੇਕਿਆ। ਸੀਸ ਨਿਵਾਏ ਹਿਰਦੇ ਅਨੁਰਾਗੇ, ਬੜੇ ਪ੍ਰੇਮ ਦੇ ਨਾਲ ਸੀਸ ਨਿਵਾਇਆ, ਬੜੇ ਅਨੁਰਾਗ ਦੇ ਸਹਿਤ। ਫਿਰੇ ਜਾਏ ਹਰ ਮੰਦਰ ਆਗੇ, ਤੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੱਗੇ ਥਿਰ ਹੋਏ ਹਨ। ਧਰ ਧਰਨੀ ਸਿਰ ਬੰਧਨ ਕੀਨ, ਨਮਸਕਾਰ ਕੀਤੀ, ਬੰਦਨਾ ਕੀਤੀ ਤੇ ਸਿਰ ਧਰ ਕੇ। ਸ੍ਰੀ ਅਰਜਨ ਸੁਤ ਮਹਾਪਰਬੀਨ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਨ ਪੁੱਤਰ ਯੋਧੇ ਸੂਰਮੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਦਈ ਪ੍ਰਦਰਸ਼ਨਾ ਫੇਰ ਕਰ ਚਾਰੀ, ਫੇਰ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਛੋਟੀਆਂ ਪ੍ਰਕਰਮਾਂ 4 ਵਾਰੀ ਕੀਤੀਆਂ। ਕੋਨ ਪਰ ਵਿਸ਼ੇ ਦਰਬਾਰ ਮਝਾਰੀ, ਫੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਕੀਤੇ ਹਨ। ਪਿਤਾ ਪਿਤਾਮੇ ਕੋ ਧਰ ਧਿਆਨ, ਆਪਣੇ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਪਿਤਾਮਾ ਦਾਦਾ ਜੀ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਦਾ ਧਿਆਨ ਧਰ ਕੇ। ਹੱਥ ਜੋੜ ਅਬ ਬੰਧਨ ਠਾਨ, ਹੱਥ ਜੋੜ ਕੇ ਨਮਸਕਾਰ ਕੀਤੀ, ਬੰਦਨਾ ਕੀਤੀ। ਕੋਨ ਭਾਈ ਬ੍ਰਿਧ ਕੇ ਪਾਗ ਪਰੇ, ਫੇਰ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਤੇ ਵੀ ਨਮਸਕਾਰ ਕੀਤੀ, ਕਿਉਂਕਿ ਬਾਬਾ ਬੁੱਢਾ ਜੀ ਵਿਦਿਆ ਦਾਤੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਸ਼ਸਤਰ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਹੈ।
और शास्त्र विद्या भी गुरबाणी पढ़नी भी बाबा बुढ़ा जी ने सिखाई है। कुशल प्रश्न दोहे देश ते करे, फिर दोवां दिशावां तो कुशल प्रश्न होए। श्री गुरदित्ता को पाग पाएव, बाबा गुरदित्ता जी नूं भी धन बाबा बुढ़ा जी दे चरनी पाया। खड़े होए अरदास कराएव, अगे खड़े हो के बाबा बुढ़ा जी दे कोलों अरदास बेनती करवाई। एम मनाए कर गुरु बडेरे, इस तरह सतगुरा महाराज सच्चे पातशाह जी ने वड्डे सतगुरां नूं मनाया। मनाया दा भाव ते कई ना इस तरह दे हो जाते ने, हर गल नूं एवें होर ही तर्क जे दे नाल ही लई जाना कि रुस्से होए सी जिहड़ा मनाया। एक शब्द दा एक अर्थ नहीं हुंदा, इत्थे मनाउण दा अर्थ हुंदा धिआउणा, जपना, तिन्हां दी पूजा करनी, तिन्हां नूं सिमरना, ये अर्थ हुंदे। वड्डे सतगुरां दे प्रति अरदास बेनती शुकराने दी कीती। निकसे उत्सव रचे कनेरे, फिर आप जी श्री दरबार साहिब तो बाहर आके बड़े उत्सव कीते। हो ढोलक कहो जात बजावत, कोई तां साध संगत जी ढोलकी वजाउंदा नाल उच्ची उच्ची बाणी दे शब्द गाउंदा। मंगल गुर गृह के गण गावत, सतगुरां दे घर दे मंगल गुरु के घर दियां वडियाइयां करदा। जिस जिस बीथी सतगुर जाए, जेड़े जिस बीथी जेड़ी जेड़ी गली दे विच सतगुरु जी जा रहे। अंजुल भर फूलन बरखाए, संगतां कोठियां ते चढ़ियां ने ते बीबियां ने फुੱਲ लए ने बुक भर भर के। जदों सतगुरु जी लंघदे ते फुੱਲਾਂ दी वर्खा करदे। इते आदिक मंगल को ठानत, इस प्रकार बड़ियां खुशियां बड़े आनंद मनाउंदे ने सारे। नगर गरी गुर मंद भयानत, नगर गरी गुर मंद भयानत। सतगुरु हौली हौली नगर दी कली कली गली दे विच गए। दोहन सनूखा ले कर संग, दोवां अपनियां नौवां नूं नाल लै करके। गंगा मंगल संग उमंग, माता गंगा जी बड़े आनंद नाल भरे होए। भई प्रवेश नकेत उतंग, अपने घर नूं गुरु के महिला नूं जा रहे ने पिछे पिछे। बर आसन जह रुचर बिछाए, बर आसन जे रुचर बिछाए। बड़े सोहने आसन विछाए होए, फर्श सोहना विछाया होया गुरु परिवार दी आमद नूं मुख रख के। आस्त्रन बहु मोले छाए, आस्त्रन कपड़े बहु मुल्ले बड़े कीमती कीमती संगतां ने विछाए। पौतरे सहत सनूखा लीन, शरदा इन्नी सिखां दे विच भरी है ते इन्नियां दातां गुरु ने दित्तियां ने। पिछे जैसा संगत जी शायद 2 ਜਾਂ 3 साल हो गए ने श्री ननकाना साहब विखे धन श्री गुरु नानक देव महाराज सच्चे पातशाह जी का प्रकाश गुरपुरब जदों मनाया जाना सी ते इक्को ही कोई गुरु का सिख विदेश दे विच रहिंदा। उन्हें सारे ननकाना साहब दे विच ही मैटां दी विछाई करा दित्ती। इन्नी शरधा ते इन्नी समर्था गुरु ने अपने सिखां नूं दित्ती होई है। ते आ जेड़े इक्को ही पहाड़ा पढ़दे रहिंदे ना भी ये किसी लोड़वंद नूं दे दिंदे। भाई तूं कदी किसी लोड़वंद नूं कदे पानी दा घुट भी पियाया ही? जिन्हां नूं तूं उंगलां करदा है ना, हुण ਉਹ ਢੋਲ गल च पा के डग्गा वजा के ते दसणों रह भी ਅਸੀਂ किन्ने बच्चों की फीस तारदे आ, किन्निਆਂ ਨੂੰ राशन दिन्ने आ, किन्निਆਂ ਨੂੰ कपड़े दिन्ने आ, किन्निਆਂ ਨੂੰ मकान बना के दिते। जिन्ने मेरे वर्गे ने किसी ਨੂੰ पानी की घुट नहीं पियाई ਉਹ उंगल करदा लै फलाने गुरसिख ने सचखंड श्री हरमंदर साहब आ भेटा चढ़ाई, ਉਹ लै ਇਹ किसी गरीब ਨੂੰ दे दिंदे। तैनू पता है भी वो किसी गरीब नूं कुछ नहीं दिंदे। कदी आ ठेके वालियां नूं कहा ही भी आ जिहड़ी डफ के मरदे वो ये किसी गरीब नूं दे दिंदे। ना जी ना, उन्हां नूं थोड़ी कहना है आपां, ओनू कहना है जिहड़ा धन गुरु रामदास जी दे घर आके गुरु के लंगर दे विच सेवा करदा। क्यों? सानू किसी गरीब दा हेज नहीं है, साडे अंदर जहर भरी पई है गुरु घर दे प्रति। बस किसी गरीब दा हेज है
ਤੇ ਤੂੰ ਕਰ ਹਾਂ ਕਿਸੇ ਗਰੀਬ ਦੀ ਸੇਵਾ। ਨਾ ਜੀ ਨਾ, ਸੇਵਾ ਕਰਨ ਜੋਗੇ ਥੋੜੀ ਆ। ਹਾਂ, ਦਾ ਲੱਗ ਜਾ ਤੇ ਲੁੱਟ ਜ਼ਰੂਰ ਲਵਾਂਗੇ, ਗਰੀਬ ਤੇ ਤਰਸ ਨਹੀਂ ਕਰਦੇ। ਪਰ ਜਿਹੜਾ ਗੁਰੂ ਘਰ ਦੀ ਸੇਵਾ ਕਰੇਗਾ ਉਹਨੂੰ ਮਿਹਣੇ ਕਮੇਣੇ ਦੇਣੇ, ਇਹ ਤਾਂ ਸਾਡੀ ਧੁਰ ਦਰਗਾਹ ਡਿਊਟੀ ਲੱਗੀ ਹੋਈ ਹੈ। ਐਸਾ ਸੁਭਾਅ ਬਣ ਗਿਆ। ਸਾਨੂੰ ਲੋੜ ਨਹੀਂ ਹੈ ਝਗੜਾ ਕਰਨ ਦੀ, ਪਰ ਗੱਲ ਇਹ ਹੈ ਕਿ ਜਿਹੜੇ ਐਸਾ ਸੁਭਾਅ ਬਣਾ ਚੁੱਕੇ ਨੇ ਸਿੱਖਾਂ ਦੇ ਘਰ ਵਿੱਚ ਹੀ ਜੰਮ ਕੇ, ਸਾਧ ਸੰਗਤ ਜੀ ਅਸੀਂ ਆਪਣਾ ਜੀਵਨ ਵੀ ਬਰਬਾਦ ਕਰ ਰਹੇ ਹਾਂ ਤੇ ਨਰਕਾਂ ਵਿੱਚ ਆਪਣੇ ਵਾਸਤੇ ਜਗ੍ਹਾ ਰਿਜ਼ਰਵ ਕਰਾ ਰਹੇ ਹਾਂ। ਸਾਡਾ ਹਾਲ ਇਹ ਹੋਣਾ। ਬਹੁਤ ਨਖਿੱਧ ਜੂਨਾਂ ਦੇ ਵਿੱਚ ਆਪਣੇ ਕਰਮਾਂ ਦਾ ਕੀਤਾ ਹੋਇਆ ਸਾਨੂੰ ਭੁਗਤਣਾ ਪੈਣਾ। ਇਸ ਲਈ ਭਾਈ ਆਪਣੇ ਸਤਿਗੁਰਾਂ ਦੇ ਪ੍ਰਤੀ ਕਰਤੱਵ ਹੋਵੋ। ਇਹ ਸਤਿਗੁਰੂ ਉਹ ਨੇ ਜਿਨ੍ਹਾਂ ਸਾਡੀ ਖਾਤਰ ਆਪਣੇ ਚਾਰੇ ਲਾਲ ਵਾਰੇ ਨੇ, ਕੰਡਿਆਂ ਦੀ ਸੇਜਾ ਤੇ ਸੁੱਤੇ ਨੇ। ਮੇਰੇ ਸਤਿਗੁਰੂ ਜੀ ਸਮੇਂ ਦੀਆਂ ਹਕੂਮਤਾਂ ਨਾਲ ਮੱਥਾ ਲਾਇਆ ਹੈ, ਆਪਣਾ ਆਪਾ ਕੁਰਬਾਨ ਕਰਕੇ ਪਰਉਪਕਾਰ ਕੀਤਾ, ਜਗਤ ਨੂੰ ਜੀਵਨ ਦਿੱਤਾ ਹੈ, ਆਜ਼ਾਦੀ ਦਿੱਤੀ ਹੈ। ਸੋ ਇਸ ਕਰਕੇ ਜ਼ਾਲਮ ਹਕੂਮਤਾਂ ਦੇ ਅੱਗੇ ਤੇ ਦੁਸ਼ਟਾਂ ਦੇ ਅੱਗੇ ਸਾਨੂੰ ਗੱਲ ਨਹੀਂ ਆਉਂਦੀ, ਤੇ ਗੁਰੂ ਘਰ ਵੱਲ ਨੂੰ ਉਂਗਲ ਬੜੀ ਛੇਤੀ ਚੁੱਕਣੀ ਆਉਂਦੀ ਹੈ, ਕਿਉਂਕਿ ਗੁਰੂ ਘਰ ਤਾਂ ਸਰਬੱਤ ਦਾ ਭਲਾ ਮੰਗਦਾ ਹੈ। ਇਸ ਲਈ ਆਸਾਨ ਕੰਮ ਹੈ। ਤੇ ਜਿਹੜੇ ਵੱਡੇ ਵੱਡੇ ਲੋਕਾਂ ਦਾ ਲਹੂ ਚੂਸਣ ਵਾਲੇ ਜੋਕ ਸਾਡੇ ਮੁਲਕ ਨੂੰ ਚੰਬੜੇ ਨੇ, ਉਹਨਾਂ ਬਾਰੇ ਸਾਡੇ ਮੂੰਹ ਸੀਤੇ ਪਏ ਹੁੰਦੇ ਨੇ। ਇਹ ਨਿੰਦਕ ਟੋਲੇ ਦੀ ਗੱਲ ਹੈ ਜੀ, ਇਗਨੋਰ ਕਰਨਾ ਚਾਹੀਦਾ, ਕਿਉਂਕਿ ਸਾਡੇ ਮਨ ਦੀ ਸ਼ਾਂਤੀ ਗਵਾਚਦੀ ਹੈ, ਸਾਡਾ ਮਨ ਭੰਗ ਹੁੰਦਾ ਹੈ। ਹਾਂ, ਇਹ ਜ਼ਰੂਰ ਚੇਤੇ ਰੱਖੋ, ਇਹ ਉਹ ਲੋਕ ਨੇ ਕਿ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੇ ਸਾਹਮਣੇ ਨਾ ਇੱਕ ਨਿੰਦਕ ਟੋਲੇ ਵਾਲਾ ਇੱਕ ਉੱਥੇ ਬਹਿ ਗਿਆ। ਵਾਹਿਗੁਰੂ ਬਖਸ਼ ਲਵੇ, ਉਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬਾਰੇ ਬੜੇ ਮਾੜੇ ਬੋਲ ਬੋਲੇ, ਬੜੇ ਕਬੋਲ ਬੋਲੇ, ਬਹੁਤ ਘਟੀਆ, ਜਿਵੇਂ ਨਿੰਦਕ ਟੋਲਾ ਕਰਦੇ ਨੇ ਨਾ, ਜਿਵੇਂ ਦੁਸ਼ਟ ਲੋਕ, ਇਵੇਂ। ਗੁਰੂ ਕੇ ਸਿੱਖ ਬਹੁਤ ਦੁਖੀ ਹੋਣ, ਪਰੇਸ਼ਾਨ ਤੇ ਕਚੀਚੀਆਂ ਲੈਣ ਵੀ ਸਾਡੇ ਸਤਿਗੁਰਾਂ ਨੇ ਹੱਥ ਨਹੀਂ, ਕੁਛ ਵੀ ਨਹੀਂ ਕਹਿਣਾ, ਬਰਦਾਸ਼ਤ ਕਰੋ। ਸਿੱਖ ਬੜੇ ਔਖੇ, ਮਹਾਰਾਜ ਬੜਾ ਔਖਾ ਹੈ ਬਰਦਾਸ਼ਤ ਕਰਨਾ। ਬ੍ਰਹਮ ਗਿਆਨੀ ਕੋਈ ਕਰ ਸਕਦਾ ਬਰਦਾਸ਼ਤ, ਸਾਡੇ ਕੋਲੋਂ ਤੇ ਨਹੀਂ ਹੁੰਦਾ। ਕਈ ਤਾਂ ਵਿੱਚੋਂ ਇਹੋ ਜਾਏ ਵੀ ਮਹਾਰਾਜ ਮਾੜੀ ਜੀ ਆਗਿਆ ਸਾਨੂੰ ਦਿਓ ਤੇ ਇਹਦਾ ਹਾਲ ਉਹ ਕਰ ਦਈਏ ਵੀ ਆਸ ਪਾਸ ਲੋਕਾਂ ਨੂੰ ਪਤਾ ਲੱਗ ਜਾਵੇ ਨਿੰਦਕ ਲੋਕਾਂ ਨਾਲ ਬਣਦਾ ਕੀ ਆ। ਸਤਿਗੁਰਾਂ ਨੇ ਇਹਨਾਂ ਨੂੰ ਸਖਤੀ ਨਾਲ ਹੁਕਮ ਦਿੱਤਾ, ਬਿਲਕੁਲ ਕੁਝ ਨਹੀਂ ਕਹਿਣਾ। ਇੱਕ ਦਿਨ ਕੋਈ ਵਪਾਰੀ ਗੁਰਸਿੱਖ ਆਇਆ, ਸੋਨੇ ਦੇ ਜੜਾਊ ਕੰਗਣ ਉਹਨੇ ਭੇਟਾ ਕਰ ਦਿੱਤੇ। ਸਤਿਗੁਰੂ ਅਮਰਦਾਸ ਜੀ ਨੇ ਨਾ ਅੱਗੋਂ ਪਿੱਛੋਂ ਕਦੇ ਵੀ ਐਸਾ ਨਹੀਂ ਸੀ ਕੀਤਾ। ਪਹਿਲੀ ਵਾਰ ਭਾਈ ਜੇਠਾ ਜੀ ਨੂੰ ਆਵਾਜ਼ ਮਾਰੀ, ਮਹਾਰਾਜ ਜੀ ਕੋਲ ਗਏ, ਜੀ ਸੱਚੇ ਪਾਤਸ਼ਾਹ ਹੁਕਮ। ਤਾਂ ਸਤਿਗੁਰਾਂ ਨੇ ਨਾ ਉਹ ਸਾਧ ਸੰਗਤ ਜੀ ਕੰਗਣ ਉਹਨਾਂ ਦੇ ਹਵਾਲੇ ਕਰ ਦਿੱਤਾ। ਤਾਂ ਭਾਈ ਜੇਠਾ ਜੀ ਹੈਰਾਨ ਹੋ ਕੇ, ਮਹਾਰਾਜ ਜੀ ਮੈਂ ਇਹ ਕੰਗਣ ਕੀ ਕਰਨੇ? ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਨੇ ਆਖਿਆ, ਭਾਈ ਜੇਠਿਆ ਇਹ ਸਾਡੀ ਆਗਿਆ ਮੰਨ ਕੇ ਲੈ, ਜਿੱਤੇ ਤੇਰਾ ਅੱਗੇ ਮਨ ਕਰੇ, ਪਰ ਸਾਡੀ ਆਗਿਆ ਇਹ ਹੈ ਵੀ ਇਹ ਤੂੰ ਲੈ ਲਾ। ਇਹ ਮੋਹ ਨਹੀਂ ਹੈ ਵੀ ਮੇਰਾ ਜਵਾਈ ਹੈ ਮੈਂ ਦੇਣ ਲੱਗਾ, ਨਾ, ਇਹ ਕੌਤਕ ਹੈ। ਮੋਹ ਤਾਂ ਹੈ ਹੀ ਨਹੀਂ ਮਾਇਆ ਦੇ ਨਾਲ ਸਤਿਗੁਰਾਂ ਦਾ। ਜਦੋਂ ਮੇਰੇ ਦਾਤਾ ਜੀ ਨੇ ਉਹ ਕੰਗਣ ਲੈ ਨਾ, ਗੁਰੂ ਰਾਮਦਾਸ ਮਹਾਰਾਜ ਜੀ ਅਜੇ ਗੁਰੂ ਨਹੀਂ ਬਣੇ, ਅਜੇ ਸੇਵਕ ਨੇ, ਤੇ ਮਨ 'ਚ ਖਿਆਲ ਆਇਆ ਮੈਂ ਇਹਦਾ ਕੀ ਕਰਾਂ। ਫਿਰ ਸੋਚਿਆ ਜੇ ਇਹਨਾਂ ਕੰਗਣਾਂ ਦੀ ਵਰਤੋਂ ਕਰਕੇ ਗੁਰੂ ਕੀ ਨਿੰਦਾ ਬੰਦ ਹੋ ਜੇ ਤੇ ਚੰਗਾ ਨਹੀਂ। ਉਹ ਨਿੰਦਕ ਦੇ ਕੋਲ ਗਏ, ਉਹਨੂੰ ਦੂਰੋਂ ਵਿਖਾਇਆ, ਇਸ਼ਾਰਾ ਕਰਕੇ ਕਿਹਾ ਵੀ ਜੇ ਤੂੰ ਚੁੱਪ ਕਰ ਜਾਂਦੇ ਆ ਕੰਗਣ ਤੇਰਾ। ਤੇ ਉਹ ਨਿੰਦਕ ਉਸੇ ਵੇਲੇ ਚੁੱਪ ਕਰ ਗਿਆ ਵੀ ਲਿਆਓ ਕੰਗਣ, ਮੈਂ ਚੁੱਪ ਕਰ ਜਾਣਾ। ਉਹ ਨਿੰਦਕ ਨੂੰ ਕੰਗਣ ਦੇ ਦਿੱਤਾ ਤੇ ਨਿੰਦਕ ਚੁੱਪ। ਸਾਰੇ ਸਿੱਖ ਬੜੇ ਹੈਰਾਨ, ਕਹਿੰਦੇ ਅੱਜ ਬੜਾ ਤਾਲਾ ਲੱਗਾ ਹੈ ਦੁਸ਼ਟ ਦੇ ਮੂੰਹ ਨੂੰ, ਇਹਦੇ ਪਾਪੀ ਬੋਲਣੋਂ ਹਟਦਾ ਹੀ ਨਹੀਂ।
ये तो बोली जाता हुंदा है, गुरु की निंदा करदा, ये मूँह नूं बड़ा ताला लग गया है। तो जो अगला दिन चढ़िया वो होर ज़्यादा उच्ची उच्ची बोलन लग पिया पहला नालों भी। तो दूजा कंगन भी उन्होंने दे दिता, चुप कर जा कंगन लै। उन्हें वो कंगन भी पाया जेब में, चुप कर गया। दोपहरा जहा ढलिया वो फिर बोलन लग पिया। उन्होंने जाके क्या वो रब दे बंदिया तैनू सोने दे 2 कंगन दिते, चुप कर। वो आंदा वो तो दोपहर तक दी फीस सी मेरी, जे हुण चुप कराउणा होर लियाओ। जदों भाई जेठा जी गुरु अमरदास महाराज जी दे हजूर शामां नूं सोदर दी चौंकी वेले पहुंचे, महाराज जी मुस्कुरा के कहंदे क्यों भाई जेठिया, तुहानूं दस्सिया सी ना निंदक दा दारू नहीं कोई हुंदा। फिर महाराज चुप किवें करेगा? कहन लगे परमेश्वर ही कराएगा इनू आपे। सिख सारे बेहान, महाराज सच्चे पातशाह हुण तां साडा हथ खोल दे, हुण ते साडा हक बनदा है। सतगुरां ने सख्ती की। कुछ दिन लंघ गए ते सन्यासी साधुआं दा, सन्यासी साधु कादे बदमाश ही हुंदे सन, उन्हां दा टोला आ गया। दरिया पार सारे इत्थों ही करते सन। वो आके बह गए ते वो भी चौंकड़ी ला के लग पिया लोकां नूं विखावा करन, दंभ जिहा करन। उहनूं भी कई भोलियां ने मत्था टेक छड्डिया। साध संगत जी साडा भोलापन वाहिगुरू बख्श लवे। 8 साल पुरानी गल है शायद, आनंदपुर साहब होले महल्ले का दिहाड़ा, ते किसे गुरमुखा ने ना संगतां नूं समझाउण वास्ते एक पखंडी बाबे दी बना के कागज की गत्ते की मूर्ति जई ते कुछ इदां दा दृश्य जिहा भी पखंडी बाबे इदां लुटदे ने, वो ला दिता उत्थे सड़क दे कोल। उत्ते लिखिया भी है सारा कुछ। ਉਹਦਾ मतलब ये सी भी सिखो जागो, आ पखंडी बाबियां तो बचो, ये तुहानूं लुटदे ने। ते साडे भोलेपन तो कुर्बान जाइए, वो लोगों ने ਉਹਦੇ गाड़ी भी मत्था टेकना शुरू कर दिता। वो जिहड़ा स्कैच जिहा बनाया सी ना गत्ते दा, ਉਹਦੇ गाड़ी भी मत्था टेकता कईयां ने उत्ते भी 100-100 दे नोट रख के। वाहिगुरू बख्श लवे, एडे भोले हाँ असीं। तां साध संगत जी वो भोले कई उस पखंडी दे अगे भी मत्था टेकन लग पए। वो जिहड़ा निंदक सी ना, वो गिज्जा गिज्जा सी भी गुरु अमरदास साहब जी की इन्नी निंदा की, मैनू किहड़ा किसी ने कुछ कह लिया। ਉਹਦੇ बारे भी उन्हें 2 गल्लां कहतियां। ਉਹਦੇ चेलियां ने सुनिया तो उन्होंने आके ढा लिया। ਉਹਦੇ ऐसियां 4 वजियां, मुड़ के वो बोलन जोगा ही ना रहा। सिखा ने जाके दसिया धन गुरु अमरदास जी सच्चे पातशाह जी वो निंदक का आ हाल होया। तो मेरे पातशाह जी ने फरमाया गुरमुखो ये तो परमेश्वर ने कोई ना कोई बहाना बनाना है। जिहड़ा पूरे गुरु का निंदक है वह हाल हमेशा इदां दा ही हुंदा है, वह हाल इदां दा ही हुंदा। जे गुरु का सिख इसे तरह साध संगत जी आपां भी सतगुरां ते भरोसा करके ते अपने आप विच पूरे रह के बाणी पढ़ीए, नाम जपीए, सेवा करिए, अखां सामने वेखांगे गुरु के निंदकां दा हाल इदां ही हुंदा है। जदों 1984 विच सिखां दा कतलेआम कीता गया, MP दे विच मध्य प्रदेश दे विच एक शहर दे विच कुछ दुष्टां ने छोटा जिहा गुरुद्वारा साहब ते उहनूं अग लाई, बेदबी कीती। धन श्री गुरु ग्रंथ साहब सच्चे पातशाह महाराज जी दे पावन स्वरूप उत्ते 2 सन ते उन्हां ने ओहदी भी बेदबी कीती। दस्सण योग हरकत भी नहीं जो उन्हां ने कीती। ते उन्हां लोकां नूं अहुदे भी मिल गए बाद विच, क्योंकि उन्होंने अहुदे इसे तरह ही वंडे सन। जिन्हें ज़्यादा सिखां नूं मारिया, ज़्यादा गुरु घरां नूं अग्गां लाइयां, भारत की उस समय की केंद्र सरकार ने अहुदे वंडे। जदों कहने ना भारत की सरकार, कई सज्जन कहते जी वो तो उस वेले की कांग्रेस सरकार इंदिरा गांधी की, अजकल वाले तो बड़े चंगे ने।
ਤੇ ਦਾਸ ਦੀ ਬੇਨਤੀ ਇਹ ਹੈ ਵੀ ਜੇ ਅੱਜ ਕੱਲ ਵਾਲੇ ਚੰਗੇ ਨੇ ਤਾਂ ਉਹ ਮਾਫੀ ਮੰਗ ਲੈਣ ਸਾਂ ਵੀ ਭਾਰਤ ਸਰਕਾਰ ਉਸ ਜ਼ਮਾਨੇ ਦੀ ਮਾੜੀ ਸੀ, ਉਹਨੇ ਮਾੜਾ ਕੰਮ ਕੀਤਾ। ਅੱਜ ਵਾਲੀ ਚੰਗੀ ਹੈ ਤੇ ਅੱਜ ਵਾਲੀ ਸਰਕਾਰ ਸਿੱਖਾਂ ਕੋਲੋਂ ਮਾਫੀ ਮੰਗਦੀ ਹੈ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਬੁਰਾ ਸਲੂਕ ਹੋਇਆ, ਬੜਾ ਧੱਕਾ ਹੋਇਆ, ਬੜਾ ਜ਼ੁਲਮ ਹੋਇਆ, ਬੇਇਨਸਾਫੀ ਹੋਈ। ਤੇ ਅੱਜ ਵਾਲੀ ਸਰਕਾਰ ਮਾਫੀ ਕਹਿੰਦੇ ਨਹੀਂ, ਮਾਫੀ ਨਹੀਂ ਮੰਗੀ। ਗੱਲੀ ਬਾਤੀ ਉਹ ਕੰਮ ਮਾੜਾ ਸੀ, ਪਰ ਪ੍ਰੈਕਟੀਕਲੀ ਉਹ ਸਾਰੇ ਹੀ ਇਹ ਮੰਨਦੇ ਨੇ ਵੀ ਜੋ ਵੀ ਹੋਇਆ ਵਧੀਆ ਹੀ ਹੋਇਆ। ਮੈਨੂੰ ਖਿਮਾ ਕਰਨਾ, ਬੰਦੇ ਬਦਲੇ ਨੇ, ਉਹ ਅੰਦਰ ਵਾਲੀ ਜਿਹੜੀ ਸੋਚਣੀ ਹੈ ਉਹ ਨਹੀਂ ਬਦਲਦੀ, ਉਹ ਉਹੋ ਹੀ ਹੈ, ਉਹਦੇ ਵਿੱਚ ਨਹੀਂ ਤਬਦੀਲੀ ਆਈ। ਇਸ ਕਰਕੇ ਸਾਧ ਸੰਗਤ ਜੀ, ਉਹ ਜਿਹੜੇ ਦੋ ਜ਼ਾਲਮ ਸਨ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ, ਵਾਹਿਗੁਰੂ ਬਖਸ਼ ਲਵੇ। ਇੱਕ ਨੇ ਪਾਨ ਖਾ ਕੇ ਥੁੱਕਿਆ ਸੀ ਤੇ ਕੁਝ ਸਮੇਂ ਬਾਅਦ ਉਹਦਾ ਇੱਕ ਦੁਰਘਟਨਾ ਐਕਸੀਡੈਂਟ ਵਿੱਚ ਮੌਤ ਹੋਈ। ਤੇ ਜਦੋਂ ਦੀ ਲਾਸ਼ ਨੂੰ ਵੇਖਿਆ ਲੋਕਾਂ ਨੇ ਤੇ ਧਰਤੀ ਤੇ ਇਦਾਂ ਹੀ ਚਿਪਕਿਆ ਹੋਇਆ ਸੀ ਜਿਵੇਂ ਕਿਸੇ ਨੇ ਉਦਾਂ ਹੀ ਪਿਚਕਾਰੀ ਮਾਰੀ ਹੋਵੇ। ਇਹ ਹਾਲ ਹੁੰਦਾ ਗੁਰੂ ਪੂਰੇ ਦੇ ਨਿੰਦਕਾਂ ਦਾ। ਤੇ ਇੱਕ ਨੇ ਸਾਧ ਸੰਗਤ ਜੀ, ਸਤਿਗੁਰੂ ਬਖਸ਼ ਲਓ, ਗੱਲ ਕਹਿਣ ਲੱਗਿਆ ਜ਼ਬਾਨ ਕੰਬਦੀ ਹੈ, ਉਸ ਦੁਸ਼ਟ ਨੇ ਸਤਿਗੁਰਾਂ ਦੇ ਪਾਵਨ ਸਰੂਪ ਦੇ ਉੱਤੇ ਪਿਸ਼ਾਬ ਕੀਤਾ ਤੇ ਕੁਝ ਸਮੇਂ ਬਾਅਦ ਇਸੇ ਤਰ੍ਹਾਂ ਪਿਸ਼ਾਬ ਰੁਕਣ ਕਰਕੇ ਤੜਫ ਤੜਫ ਕੇ ਉਸ ਦੁਸ਼ਟ ਦੀ ਮੌਤ ਹੋਈ। ਇਹ ਹੁੰਦਾ ਨਿੰਦਕਾਂ ਦਾ ਹਾਲ, ਗੁਰੂ ਕੇ ਦੋਖੀਆਂ ਦਾ ਹਾਲ। ਇਸ ਤਰ੍ਹਾਂ ਪੂਰੇ ਗੁਰੂ ਦੇ ਜਿਹੜੇ ਨਿੰਦਕ ਨੇ ਉਹਨਾਂ ਦਾ ਐਸਾ ਹਾਲ ਹੁੰਦਾ ਜਾਣੋ। ਬੈਠੀ ਸਦਨ ਵਿਖੇ ਸੁਖ ਭੀਨ। ਧੰਨ ਮਾਤਾ ਗੰਗਾ ਜੀ ਆਪਣੇ ਗ੍ਰਹਿ ਦੇ ਵਿੱਚ ਆਪਣੀਆਂ ਨਹੁੰਆਂ ਦੇ ਨਾਲ ਬੜੇ ਚਾਅ ਸਹਿਤ ਬੈਠੇ ਹਨ। ਪੁਰ ਨਾਰੀ ਗਾਨ ਦੇਤ ਵਧਾਈ। ਤੇ ਸਾਰੇ ਨਰ ਨਾਰੀਆਂ ਆਣ ਆਣ ਕੇ ਵਧਾਈਆਂ ਦਿੰਦੇ ਨੇ ਮਾਤਾ ਗੰਗਾ ਜੀ ਨੂੰ। ਢੋਲਕ ਬਜਤ ਸੰਗ ਘਰ ਆਈ। ਇਸ ਤਰ੍ਹਾਂ ਢੋਲਕ ਵੱਜਦੀਆਂ ਬਾਣੀ ਦੇ ਸ਼ਬਦ ਗਾਉਂਦੇ ਹੋਏ ਘਰ ਨੂੰ ਆਏ ਸਾਰੀ ਸੰਗਤ। ਧਨ ਗਾਨ ਦੀਨ ਸਗਲ ਹਰ ਖਾਈ। ਮਾਤਾ ਗੰਗਾ ਜੀ ਨੇ ਬੜਾ ਧਨ ਵੰਡਿਆ ਤੇ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ। ਸੁਦਾ ਸਮਾਨ ਆਸ਼ਿਖਾ ਗਾਈ। ਮੇਰੇ ਸਤਿਗੁਰਾਂ ਦੇ ਪਿਆਰੇ ਅੰਮ੍ਰਿਤ ਬਚਨਾਂ ਨੂੰ ਪੂਤਾ ਮਾਤਾ ਕੀ ਆਸੀਸ। ਨਿਮਖ ਨਾ ਬਿਸਰਾਓ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। सतगुर तुम कहो होए दयाला संत संग तेरी प्रीत। ऐसे पावन बचन असीस रूप गाए। जोग जोग जीव हो पौतर सुभाग। जुग जुग जीवो ਇਹ ਭਾਗਾਂ ਭਰਿਆ ਜੋ ਤੁਹਾਡਾ ਪੋਤਰਾ ਮਾਤਾ ਗੰਗਾ ਜੀ ਜੁਗ ਜੁਗ ਜੀਵੇ। ਰਹੋ ਸਦਾ ਗੁਰ ਪ੍ਰੇਮ ਹੈ ਭਾਗ। ਤੇ ਸਦਾ ਪ੍ਰੇਮ ਦੇ ਵਿੱਚ, ਗੁਰੂ ਕੇ ਪ੍ਰੇਮ ਦੇ ਵਿੱਚ ਲੱਗਾ ਰਹੇ। ਸਦਾ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਤੁਹਾਡਾ ਪਰਿਵਾਰ ਵਧੇ ਭੁੱਲੇ। ਸ਼੍ਰੀ ਹਰਿ ਗੋਬਿੰਦ ਅਪਰ ਸਦਨ ਮੈਂ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਵੱਖਰੇ ਮਕਾਨ ਦੇ ਵਿੱਚ ਬੈਠ ਬਿਰਾਜੇ ਤਹ ਗਾਨ ਜਾਨ ਮੈਂ। ਬਹੁਤ ਸਿੱਖ ਸੰਗਤਾਂ ਦੇ ਨਾਲ, ਗੁਰੂ ਕੇ ਪਿਆਰਿਆਂ ਦੇ ਨਾਲ ਬਿਰਾਜੇ ਹੋਏ ਨੇ। ਘਰ ਘਰ ਮਹਿ ਉਤਸਵ ਬਹੁ ਕਰਿਓ। ਹਰ ਇੱਕ ਘਰ ਘਰ ਦੇ ਵਿੱਚ ਬੜਾ ਭਾਰੀ ਉਤਸਵ ਹੋਣ ਲੱਗਾ। ਸਤਿਗੁਰ ਆਏ ਮੁਦ ਮਨ ਭਰਿਓ। ਸ੍ਰੀ ਸਤਿਗੁਰੂ ਜੀ ਆਏ ਨੇ, ਸਭ ਦਾ ਮਨ ਪ੍ਰੇਮ ਨਾਲ ਭਰ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਮੇਰੇ ਸਤਿਗੁਰਾਂ ਦਾ ਆਉਣਾ ਗੁਰੂ ਕੇ ਸੰਗਤਾਂ ਵਾਸਤੇ ਦੀਵਾਲੀ ਬਣ ਗਿਆ। ਜਿਵੇਂ ਆਮ ਕਈ ਪੁੱਛ ਲੈਂਦੇ ਨੇ ਨਾ ਕਈ ਸੱਜਣ, ਭਈ ਦੀਵਾਲੀ ਤੇ ਤੁਸੀਂ ਕਹਿੰਦੇ ਹੋ ਜੀ ਬੰਦੀ ਛੋੜ ਦਿਵਸ। ਆਖੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਆਏ ਸਨ। ਉਹ ਭੋਲਿਓ, ਜਿੱਦਣ ਮੇਰੇ ਸਤਿਗੁਰੂ ਆ ਗਏ ਉਦਣ ਹੀ ਦੀਵਾਲੀ ਹੋ ਗਈ। ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਕਿਤੇ ਇਹ ਥੋੜਾ ਡੀਕਣਾ ਸੀ ਦੀਵਾਲੀ ਵਾਲਾ ਦਿਨ ਆਏਗਾ ਤੇ ਦੀਵੇ ਬਾਲਾਂਗੇ। ਜਿੱਦਣ ਮੇਰੇ ਹਜੂਰ ਆ ਗਏ ਸਾਡੀ ਉਦਣ ਤੋਂ ਦੀਵਾਲੀ ਹੈ। ਮੇਰੇ ਸਤਿਗੁਰਾਂ ਦੇ ਚਰਨ ਪਏ ਨੇ, ਸੰਗਤਾਂ ਨੇ ਦੀਪਮਾਲਾ ਕੀਤੀ, ਦੇਸੀ ਘਿਓ ਦੇ ਦੀਵੇ ਬਾਲੇ। ਸਾਰੀ ਰਾਤ ਫਿਰ ਆਏ ਸੰਤ ਪਰਾ ਹੋਣੇ।
कीर्तन होआ रहन सबाई। सारी रात गुरु के हजूर बाणी दे प्रवाह चले, नाम दे प्रवाह चले। आपां भी साध संगत जी सतगुरां नूं बेनतियां करिया करिए, हे सच्चे पातशाह किरपा करो ते साडे गरीबां दे हिरदे विच भी आके वसो, साडे मन मंदिर विच भी आके वसो, ते साडे ते भी वो किरपा हो जावे। मन मंदिर तन वेस कलंदर, घट ही तीरथ नावा, एक शब्द मेरा प्राण बस्त है, बहुड़ जन्म ना आवा। कई सज्जन पुछदे ने वो एक शब्द केड़ा है? वो एक शब्द खालसा जी वाहिगुरु गुरमंत्र है। जे वाहिगुरु गुरमंत्र साडे प्राणा विच वस गया, गुरबाणी उन्होंने वसाउण, जिवें प्रोफैसर पूਰਨ सिंह जी उन्होंने कहा नाम दवाई है ते गुरबाणी गुरु का शब्द सरिंज ते सूई है। जिवें डॉक्टर ने टीका लाउणा हुंदा ना, सूई ते सरिंज चबाउणा उहदा मकसद ये नहीं हुंदा, उहदा मकसद हुंदा दवाई साडे शरीर विच घल्लणी। ते ओह कहिंदे दवाई किवें घल्ली जावेगी, सरिंज ते सूई तो बिना किवें गल बनेगी, इंजैक्शन तां ही लगेगा ना। कहते सुआस सुआस विच घुलना तो वाहिगुरु गुरमंत्र है, पर गुरु की बाणी तो बगैर ये साडे हिरदे विच टिकना नहीं। इसलिए ना बाणी पढ़नी, नाम जपना। कई पुछदे ने नाम जपना कि बाणी पढ़नी? भाई इहनूं दो किदां समझदे हो तुसीं? दो ना समझो, ये एक ही है, एक दूजे दे पूरक ने। जिवें किसी ने कहा सज्जा हथ जरूरी कि खब्बा, भाई दोवें जरूरी ने। खब्बे तो बिना सज्जा भी कुछ नहीं जे कर सकता, सज्जे तो बिना खब्बा भी कुछ नहीं। दोवें हथ जो आप धोने आ ना, मलदे आ तो दोवें एक दूजे की मैल धोंदे ने ना, पूरक ने। इवें बाणी ते नाम पूरक ने। आओ एक छिन वास्ते वाहिगुरु गुरमंत्र दे विच मन बिरतियां जोड़िए, फिर समाप्ति है। सारी संगत करो किरपा। वाहिगुरु 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 वाहिगुरु। सतगुरु धन धन श्री गुरु नानक देव महाराज जी मेहर करन, साडे हिरदियां दे विच नाम वस जाए। भुल्लां चुक्कां दी खिमा। इत्थे समाप्ति है। आओ अखीरले बचनां नूं रसना द्वारा सांझे करके सतगुरां दे दर घर दियां खुशियां प्राप्त करिए जी। घर घर मह उत्सव बहु करियो, सतगुर आए मुद मन भरियो। वाहिगुरु जी का खालसा, वाहिगुरु जी की फतेह।
ਵਾਹਿਗੁਰੂ। ਵਾਹਿਗੁਰੂ